पर जो इज्जत मान साड़ा खत्म होया ਉਹਦਾ ਸਾਨੂੰ ਜ਼ਿੰਦਗੀ ਭਰ ਦੁੱਖ ਰਹੇਗਾ ਕਿ ਅਸੀਂ ਆਪਣੀ ਇੱਜ਼ਤ ਨਹੀਂ ਬਚਾ ਸਕੇ। ਯਤਨ ਬਹੁਤ ਕੀਤੇ ਸਾਡੇ ਲੋਕਾਂ ਨੇ, ਬੜੀ ਕੁਰਬਾਨੀਆਂ ਦਿੱਤੀਆਂ ਕਿ ਤੁਹਾਡੀ ਜਿਹੜੀ ਕੰਪਨਸੇਸ਼ਨ ਹੈ ਉਹ ਤੁਹਾਡੀ ਜਿਹੜੀ ਸੀਟਾਂ ਨੇ ਖਾਸ ਕਰਕੇ ਇਹ ਤੁਹਾਨੂੰ ਨਹੀਂ ਮਿਲ ਸਕਦੀਆਂ। ਅੱਜ ਤੱਕ ਨਾ ਤੇ ਸੂਬਾ ਸਰਕਾਰ ਨੇ ਨਾ ਰਿਆਸਤੀ ਸਰਕਾਰ ਨੇ ਸਾਡੇ ਬੁਨਿਆਦੀ ਮਸਲੇ ਕੋਈ ਧਿਆਨ ਦਿੱਤਾ ਅਤੇ ਨਾ ਉਹਨੂੰ ਹੱਲ ਕਰਨ ਦਾ ਕੋਈ ਯਤਨ ਕੀਤਾ। ਕਈ ਲੋਕਾਂ ਚੈਨ ਸਿੰਘ ਸਨ, ਸਰਤਾਜ ਸੈਕਟਰੀ ਬਦਨੀ ਚੰਦ ਸਨ, राम लाल वो बड़े बड़े लोग हैं, सारे लोगों ने रघुवीर सिंह इन्होंने ने अपनी अपनी जगह लोगों ने सारे ने समाज की बड़ी सेवा की। गवर्नमेंट ऑफ इंडिया ने हमें यूनिवर्सिटी वापस भेजा। ਕਿਹੜੀ ਗਵਰਨਮੈਂਟ ਨੇ ਵਾਪਸ ਭੇਜਿਆ? ਕਾਂਗਰਸ ਸਰਕਾਰ ਨੇ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ? ਹੁਣ ਅਸੀਂ J&K ਸ਼ਰਨਾਰਥੀ ਐਕਸ਼ਨ ਕਮੇਟੀ ਤੋਂ ਕੀ ਆਸ ਰੱਖੀਏ? ਕਿਆ ਉਹ ਫਿਰ ਸਾਨੂੰ ਕਹਿਣਗੇ ਕਿ ਅੱਗੇ ਹੁਣ ਇਸ ਬੰਦੇ ਨੂੰ ਵੋਟ ਪਾਓ ਜਾਂ ਉਸ ਬੰਦੇ ਨੂੰ? ਕਿਧਰੇ ਬਿਊਰੋਕਰੈਟਸ ਦੇ ਥਰੂ ਇਸ ਡਿਸਬਰਸਮੈਂਟ ਨੂੰ ਰੁਕਵਾਇਆ ਗਿਆ ਬਿਲਕੁਲ 100% ਰੁਕਵਾਇਆ ਗਿਆ। ਅਸੀਂ ਗਲਤ ਲੋਕਾਂ ਤੱਕ ਜਾ ਕੇ ਅਪਰੋਚ ਕਰਦੇ ਹਾਂ। ਤੋ ਇੱਕ ਮਸਲਾ ਜਿਹੜਾ ਸਮਾਂ ਕਮ ਹੋਣ ਦੇ ਕਾਰਨ ਅਸੀਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈ ਸਕਦੇ, ਕਿਉਂਕਿ ਇੱਕ ਮਸਲਾ ਫਿਰ ਵੀ ਰਹਿ ਗਿਆ ਹੈ ਕਿ ਡੋਮਿਸਾਈਲ ਵਰਸਸ ਸਟੇਟ ਸਬਜੈਕਟ ਦੇ ਬਾਰੇ ਤੁਹਾਡਾ ਇਨ ਸ਼ਾਰਟ ਕੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਸੀ ਸਾਂਝ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਜੰਮੂ ਦੇ ਵਿੱਚ ਸੈਨਿਕ ਕਾਲੋਨੀ, ਜਿੱਥੇ ਕਿ ਇੱਕ ਐਸੀ ਸ਼ਖਸੀਅਤ ਰਹਿੰਦੇ ਹਨ ਜਿਨ੍ਹਾਂ ਦੇ ਨਾਲ ਅਸੀਂ ਸਮਝਦੇ ਹਾਂ ਕਿ ਅਸੀਂ ਤੁਹਾਨੂੰ ਮਿਲਾਉਣਾ ਬਹੁਤ ਜ਼ਰੂਰੀ ਸਮਝਿਆ, ਔਰ ਅੱਜ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਕੋਲੋਂ ਸਮਾਂ ਲੈ ਕੇ ਉਹਨਾਂ ਦੇ ਕੋਲ ਪਹੁੰਚੇ ਹਾਂ। ਤੋ ਆਪਸੀ ਸਾਂਝ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਜਿਵੇਂ ਕਿ 1947 ਦੇ ਵਿੱਚ ਜੋ ਵਰਤਾਰਾ ਵਾਪਰਿਆ, ਜੋ ਦੇਸ਼ ਦਾ ਜਿਹੜਾ ਵਿਭਾਜਨ ਕੀਤਾ ਗਿਆ, ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਅਗਰ ਕਿਸੇ ਨੂੰ ਨੁਕਸਾਨ ਹੋਇਆ ਹੈ ਤਾਂ ਉਹ ਹੈ 1947 ਦੇ ਜਿਹੜੇ ਰਿਫਿਊਜੀਜ਼ ਸਨ, ਜਿਹੜੇ POK ਤੋਂ ਜੰਮੂ ਕਸ਼ਮੀਰ ਦੇ ਵਿੱਚ ਆਏ ਸਨ। ਅੱਜ ਉਸੇ ਬਾਰੇ ਵਿੱਚ ਕੁਝ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਅਤੇ ਇੱਕ ਐਸੀ ਸ਼ਖਸੀਅਤ ਨਾਲ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਨੇ ਆਪਣਾ ਪੂਰਾ ਸਮਾਂ ਜੋ ਹੈ ਉਹ ਰਿਫਿਊਜੀਆਂ ਦੇ ਮਸਲਿਆਂ ਦੇ ਹੱਲ ਵਾਸਤੇ ਜੋ ਹੈ ਉਹ ਲਗਾ ਦਿੱਤਾ ਹੈ। ਤੋ ਆਓ ਅਸੀਂ ਤੁਹਾਨੂੰ ਮਿਲਾਉਂਦੇ ਹਾਂ J&K ਸ਼ਰਨਾਰਥੀ ਐਕਸ਼ਨ ਕਮੇਟੀ ਦੇ ਪ੍ਰਧਾਨ ਸਰਦਾਰ ਗੁਰਦੇਵ ਸਿੰਘ ਜੀ ਦੇ ਨਾਲ। ਤੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਤੁਹਾਡਾ ਸਭ ਤੋਂ ਪਹਿਲਾਂ ਆਪਸੀ ਸਾਂਝ ਟੀਵੀ 'ਤੇ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਤੋ ਅਸੀਂ ਚਾਹੁੰਦੇ ਹਾਂ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੀ ਜੋ ਇੰਟਰੋਡਕਸ਼ਨ ਹੈ ਉਹ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਕਿ ਤੁਹਾਡਾ ਜਨਮ ਕਿੱਥੇ ਹੋਇਆ, ਤੁਹਾਡੇ ਪਿਛੋਕੜ ਜੋ ਹੈ ਆਪਣਾ ਬਚਪਨ ਅਤੇ ਪੜ੍ਹਾਈ ਦਾ ਜੋ ਅੱਜ ਤੱਕ ਦਾ ਜਿਹੜਾ ਦੌਰ ਹੈ, ਤੁਸੀਂ ਉਹ ਆਪਣਾ ਇੱਕ ਛੋਟਾ ਜਿਹਾ ਆਪਣਾ ਦੱਸੋ ਸਾਨੂੰ। ਸਰਦਾਰ ਰਜਿੰਦਰ ਸਿੰਘ ਜੀ, ਤੁਹਾਡਾ ਅਤੇ ਤੁਹਾਡੇ ਚੈਨਲ ਆਪਸੀ ਸਾਂਝ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਮਾਂ ਕੱਢ ਕੇ ਆਏ ਇੱਥੇ ਔਰ ਸਾਡੀ ਜੇ ਨਾਚੀ ਬੰਦੇ ਨਾਲ ਮਿਲੇ ਔਰ ਸਾਡੇ ਵਿਚਾਰ ਸਰਵਣ ਕੀਤੇ ਸਮਾਜ ਦੇ ਸਾਹਮਣੇ। ਇਹਨਾਂ ਵਿਚਾਰਾਂ ਨੂੰ ਆਪਣੇ ਰੱਖਣ ਦਾ ਜੋ ਯਤਨ ਕਰ ਰਹੇ ਹੋ, ਉਪਰਾਲਾ ਕਰ ਰਹੇ ਹੋ। ਅਸੀਂ ਆਪਣੇ ਪੂਰੀ ਤਨਜ਼ੀਮ ਵੱਲੋਂ ਜੰਮੂ ਕਸ਼ਮੀਰ ਜਿਤਨੇ ਵੀ ਸਾਡੇ ਡਿਸਪਲੇਸ ਪਰਸਨ ਹੈ, ਜਿਹਨੂੰ ਅਸੀਂ ਰਿਫਿਊਜੀ ਕਹਿੰਦੇ ਹਾਂ, ਉਹਨਾਂ ਵੱਲੋਂ ਮੈਂ ਆਪ ਜੀ ਨੂੰ ਜੀ ਆਇਆਂ ਕਹਿੰਦਾ ਔਰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ 1947 ਦਾ ਜਦੋਂ ਇਹ ਘੱਲੂਘਾਰਾ ਹੋਇਆ, ਮੈਂ ਉਸ ਵੇਲੇ ਤਕਰੀਬਨ 2-2.5 ਸਾਲ ਦਾ ਸੀਗਾ ਔਰ ਉਸ ਤੋਂ ਬਾਅਦ ਇੱਥੇ ਆ ਕੇ ਜਦੋਂ ਅਸੀਂ ਲੋਕ ਆਏ, ਬੜੀਆਂ ਦੁੱਖ ਤਕਲੀਫਾਂ ਸਾਡੇ ਸਮਾਜ ਨੇ ਦੇਖੀਆਂ, ਬਹੁਤ ਕੁਛ ਹੈ। ਸਾਡੇ 50,000 ਦੇ ਲਗਭਗ ਲੋਕ ਮਾਰੇ ਗਏ ਪਾਕਿਸਤਾਨ ਦੇ ਅੰਦਰ, POK ਦੇ ਅੰਦਰ। ਸਾਡੀਆਂ ਔਰਤਾਂ ਰਹਿ ਗਈਆਂ, ਸਾਡੇ ਨਾਲ ਬੜਾ ਜ਼ੁਲਮ ਹੋਇਆ, ਸਾਡੀ ਇੱਜ਼ਤ ਮਾਣ ਗਿਆ, ਸਭ ਕੁਝ ਖਤਮ ਹੋਇਆ। ਪ੍ਰਾਪਰਟੀ ਤਾਂ ਗਈ, ਪਰ ਜੋ ਇੱਜ਼ਤ ਮਾਣ ਸਾਡਾ ਖਤਮ ਹੋਇਆ ਉਹਦਾ ਸਾਨੂੰ ਜ਼ਿੰਦਗੀ ਭਰ ਦੁੱਖ ਰਹੇਗਾ ਕਿ ਅਸੀਂ ਆਪਣੀ ਇੱਜ਼ਤ ਨਹੀਂ ਬਚਾ ਸਕੇ। ਯਤਨ ਬਹੁਤ ਕੀਤੇ ਸਾਡੇ ਲੋਕਾਂ ਨੇ, ਬੜੀਆਂ ਕੁਰਬਾਨੀਆਂ ਦਿੱਤੀਆਂ, ਲੇਕਿਨ ਉਹਦੇ ਬਾਵਜੂਦ ਵੀ ਅੱਜ ਵੀ ਸਾਡੇ ਮਨ ਦੇ ਅੰਦਰ ਇਸ ਗੱਲ ਦਾ ਬਹੁਤ ਬੜਾ ਰੋਸ ਹੈ। ਔਰ ਅੱਜ ਅਗਰ ਕਸ਼ਮੀਰ, ਜੰਮੂ ਕਸ਼ਮੀਰ ਜੋ ਹੈ, ਇਹ ਹਿੱਸਾ ਜੋ ਹਿੰਦੁਸਤਾਨ ਦੇ ਕੋਲ ਅਗਰ ਇਹ ਹੈ ਇਹਨਾਂ ਕੋਲ, ਤਾਂ ਸਾਡੇ ਲੋਕਾਂ ਦੀ ਦੇਣ ਹੈ, ਸਾਡੇ ਲੋਕਾਂ ਦੀ ਕੁਰਬਾਨੀ ਦਾ ਨਤੀਜਾ ਹੈ। ਤਾਂ ਮੇਰੀ ਐਜੂਕੇਸ਼ਨ ਤਕਰੀਬਨ ਸਾਰੀ ਜੰਮੂ ਦੇ ਵਿੱਚ ਹੀ ਹੋਈ ਹੈ। ਮੈਟ੍ਰਿਕ ਤੱਕ ਮੈਂ SRMP ਹਾਈ ਸਕੂਲ ਵਿੱਚ ਪੜ੍ਹਿਆ ਮੈਂ। ਉਸ ਤੋਂ ਬਾਅਦ GGM ਸਾਇੰਸ ਕਾਲਜ, ਫਿਰ ਯੂਨੀਵਰਸਿਟੀ, ਜੰਮੂ ਯੂਨੀਵਰਸਿਟੀ ਦੇ ਅੰਦਰ MSc ਕੀਤੀ 1969 ਦੇ ਵਿੱਚ। 1973 ਫਿਰ MA ਹਿਸਟਰੀ ਕੀਤਾ ਮੈਂ। ਵਿੱਚ ਵਿਚਾਲੇ ਜਦੋਂ 65 ਦੀ ਜੰਗ ਹੋਈ ਸੀ, ਉਹਦੇ ਸੀਗਾ ਕਿ ਨਵਾਂ ਇੱਕ ਇੱਥੇ ਕੋਰਸ ਆਇਆ ਸੀ, ਡਿਪਲੋਮਾ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ, ਉਹ ਵੀ ਮੈਂ 1 ਸਾਲ ਦਾ ਕੀਤਾ। ਤੋ ਇਹ ਸਾਡੀ ਕੁਆਲੀਫਿਕੇਸ਼ਨ ਹੈ
और बड़ी गुरबत ही असी लोग, मैं कहांगे कि असी लोग पढ़े, बड़ी मेहनत नाल पढ़ के इस लैवल पर पहुँचे हाँ। उस तो बाद जाब भी जदोजहद की, जाब सानूं मिलनी सी, सिफारिश कोई है नहीं सी। तो असी 4-5 ਜਿਹੜੇ नौजवान सां, असी असैंबली के अंदर गए, असैंबली ਦਾ सैशन चल रहा सी, और सैशन के अंदर असी उन्हें रुकावट पाई, असी नारे लगाए कि भाई तुसीं ये फालतू गल्लां करदे हो, जो अनएम्पलाइड लोग ने, नौजवान बच्चे ने, खास करके जो रिफ्यूजी ने, उन्होंने गल सुनो ਅਤੇ ਉਹਨਾਂ ਨੂੰ कम से कम कोई ਜਿਹੜੀ मुनासिब जाब दिओ। सानूं उन्होंने पकड़ लिया, उत्थे सानूं 3 दिन की अरेस्ट हुई। अरेस्ट तो बाद फिर अल्टीमेटली कोई जॉब्स क्रिएट हुई, तो जिस कोई 40 बंदा साढ़े मेरे अपने कोर्स से जाए और एडजस्ट हो गए जम्मू कश्मीर में, इस तरह सानूं जॉब मिली। ਉਹਦੇ ਨਾਲ ही ये जरा साढ़ा 47 जो मसला सी, साढ़े जो बजुर्गों ने जदोजहद शुरू की सी 1970 में, जब मैं वेला सी, हले मैं जॉब नहीं शुरू की थी, तो मैं एसोसीएट होया सी साहब बचन सिंह पंछी जी नाल, ਜਿਹੜੇ कि जम्मू कश्मीर के एक सियासी लीडर सन और बहुत बड़ी शख्सियत सन जम्मू कश्मीर की, जिन्होंने जीवन के हर खेत्र में उन्होंने बहुत बड़ा रोल रहा है। और उन्होंने समाज की सेवा की है बगैर मजहब मिलत के, उन्होंने हर वर्ग की सेवा की है। फकीर आदमी सन और पूरी जिंदगी अपनी उन्होंने इस तरफ दी है। मैं 1970 उन्होंने इस इशू नाल जुड़िया सी, तो असी उन्होंने नाल ही चलते रहे, मुलाजमत मिल गई। फिर भी असी क्योंकि एक गैर सियासी मसला सी, असी इस मसले के नाल जेह्ड़े हमेशा जुड़े रहे। और ख़ास करके 1992 उन्होंने वो गुजर गए। उस तो बाद उन्होंने भाई साहब सन 5-7 साल और करते रहे, वो 2006 ही गुजर गए। 6 तो बाद फिर मैं टेकअप किया, क्योंकि मैं 2003 ही रिटायर हो गया सी, तो मैं जाके 6 टेकअप किया। तो 6 तो लैके अज 16 साल हो गए लगातार कंटीन्यूसली मैं इस इशू में हैंडल कर रहा। और पिछले 50 साल का नाल जुड़े होने करके, तो सब कुछ जो कुछ जदोजहद रियासत के अंदर होया वो साड़ी नज़रों के सामने है। वो असी अज तुहाडे नाल कोशिश करांगे जिन्ना मुक्तसर तो मुक्तसर हो सके तुहाडे नाल असी साझा करने ਦਾ ਯਤਨ ਕਰਾਂਗੇ। ਬਹੁਤ ਹੀ ਜਦੋਜਹਿਦ ਮਤਲਬ ਭਰਿਆ ਤੁਹਾਡਾ ਜੀਵਨ ਹੈ। ਅੱਜ ਤੱਕ ਤੁਸੀਂ ਜਦੋਜਹਿਦ ਹੀ ਕਰ ਰਹੇ ਹੋ, ਖਾਸ ਕਰਕੇ ਰਿਫਿਊਜੀਜ਼ ਦੇ ਬਾਰੇ 'ਚ। तो जो JNK शरणार्थी एक्शन कमेटी जो आप जी ने फॉर्म की सीगी, ये कदों होंद विच आई? ये इस तरह जी बड़े इस तरह जी कि 1965 तक जी सरकारां सन, भावें भारत सरकार सी या जम्मू कश्मीर सरकार सी, साढ़े लोगों ने उन्हें धोखे रखा कि असी POK जो है थोड़ा इलाका वापस लवांगे और तुहानूं मुड़ के अपने इलाके भी जाना पेगा। तो लोगों भी ठीक सोचा भी इत्थे सानूं दुख तकलीफ है, गर्म इलाके ने साढ़े, बड़े खूबसूरत इलाके ने, बड़े जरखेज इलाके सन POK के, सारे लोग बड़े खुशहाल सन उत्थे। तो लोगों सोचा ठीक है सरकार कहती है तो साढ़ा इलाका खाली होएगा, असी जरूर वापस जाएंगे। लेकिन 65 से जो जंग हो गई, जंग के साड़ियाँ फौजां ने बहुत सारा इलाका जो है वो POK का वापस लिया। जो वापस लैके ताशकंद एग्रीमेंट होया रशिया के अंदर, लाल बहादुर शास्त्री का और जनरल अयूब खान और रशिया का जो प्राइम मिनिस्टर सी, इन्होंने जो उत्थे पैक्ट होया, माहदा होया, तो वो भी सारे इलाके इन्होंने जो ले हुए सन साड़ियाँ फौजां ने इन्नी कुर्बानी दे के वो वापस किए। तो उस तो बाद नाल ही इन्होंने पाकिस्तान ने 65 के अंदर मीरपुर के अंदर एक डैम बनाया, बिजली का डैम ने, जिन्होंने मिराला हेड कहते सन। जदों वो डैम बन गया, साड़ी पार्लीमेंट ने पाकिस्तान को मुबारकबाद दी कि तुसीं डैम बनाया साढ़े इलाके के अंदर। तो उस वे साढ़े लोगों दी बजुर्गों दी अखां खुलियां कि सरकार साढ़े नाल धोखे कर रही है, तो सानूं कोई ना कोई अपना मुकम्मल मुस्तकिल आबादकारी बारे सानूं कोई जदोजहद मनसूबा ढंग नाल जदोजहद आरंभ करना चाहिए, ताकि साढ़े लोगों के मन के अंदर एक जो गैर यकीनी माहौल जिहड़ा बनया होया है कि असीं रवांगे नहीं रवांगे, तो इस नाल पूरा सारा विकास जो रुक गया है। तो असीं जदोजहद करिए ताकि साडा समाज जिहड़ा है अपने पैरों से खड़ा हो सके। तो उस वेले 1967 के अंदर महंत साहब, महंत बजितर सिंह नगाली साहिब वाले, संत गुरबख्श सिंह रन्ना मुजफ्फराबाद वाले, अरे और पतवंते सज्जन हिंदू समाज के सारे बुला के 2 दिन का बाकायदा लगातार इस गल पर मंथन होता रहा। मंथन होने तो बाद एक पहली कमेटी जिसका गठन किया गया, जिसका नाम जम्मू कश्मीर शरणार्थी एक्शन कमेटी रखा, और जिन्होंने अपनी जी मनसूबा ढंग नाल जी जदोजहद शुरू की। ये 22 अक्तूबर 1960 को जी कमेटी जम्मू कश्मीर शरणार्थी एक्शन ये होनी चाहिए। और मैनूं लगता है कि महंत बचित्र सिंह जी दे भी नाल होण दे कारण तुसी एक वारी शायद इस कमेटी ने कुछ हड़ताल या कुछ भुख हड़ताल भी की सी जम्मू दे विच। देखो जी, जदों एक कमेटी जो होनी चाहिए, सब तो पहला इन्होंने गिरफ्तारियां दी, घट तो घट 10,000 आदमी गिरफ्तार हो गया। उस वक्त तक सरकार कोई भी इशू जिहड़ा है वो मनण नूं तैयार नहीं सी। खास करके उन्होंने दिनों च सरकार वैसे प्रॉब्लम सी कि शेख मोहम्मद अब्दुल्ला साहिब वो जेल चों बाहर आए सन,
तो जदों ये गल चली साड़ी उन्होंने कश्मीर के अंदर एक बयान दिता कि भी अगर जो मुसलमान इत्थों गया होया है उसकी प्रॉपर्टी तो कोई किसी होर नूं अगर बिठाया गया तो असी कश्मीर के अंदर खून दी नदियाँ बह जाएंगियाँ। तो जदों शेख अब्दुल्ला साहब का बयान आया तो उस वे सरकार जी थी GM सादक चीफ मिनिस्टर सन सरकार दे, वो कुछ घबरा के डर गए। वो कहने लगे मैं तो करना चाहता मैं मैनू सियासी मुश्किल आ रही है ना, और ख़ास करके शेख साहब जी ये बहुत बड़ा कश्मीर तूफान उठ जाएगा, तो तुसी जाके शेख साहब नाल गल करो। तो साहब पंछी जी उस वक्त वो गए श्रीनगर जाके मुजाहिद मंडल शेख मोहम्मद अब्दुल्ला नाल गल की। उन्होंने कहा अगर असी उत्थों आए साढ़े अपना कसूर तो सारा कोई है नहीं सी, तो अगर असी इत्थे आ गए तो साढ़े राइट बनता है, एक कॉन्स्टिट्यूशन राइट है साढ़ा कि सानू सरकार जी है वो मुश्किल तौर पर सानू रिहेबिलिटेट करे और साढ़े जो नुकसान होया उसका इफजाना सानू दे बाकायदा। साढ़े बच्चों नू जो मार प्रॉपर्टी साड़ी पाकिस्तान रह गई है बच्चों को मुलाजमत मिले, इन्होंने प्रॉपर्टी का मुआवजा मिले। तो ये सारिया गल्लां शेख साहब कहने लगे ठीक है मुझे तो कोई एतराज़ नहीं है इसमें, लेकिन मैं कहता हूँ वो जो मुसलमान यहाँ से चला गया है उनके जो हक हकूक़ हैं वो भी महफूज रहने चाहिए। तो ठीक है मुझे कोई एतराज़ नहीं, सरकार अगर आपको करती है तो एस्टेब्लिश करती है, मुझे कोई एतराज़ नहीं। फिर दोबारा उन्होंने फिर बयान देता तो वो फिर ये जाके मसला जो गिरफ्तारियां तो बाद बंद हुई, घट्ट कोई 10,000 बंदा गिरफ्तार होया, क्योंकि वड्डे मान साहब जो मनजीत सिंह साहब सन वो सरप्रस्त सन, गुरबख्श सिंह जनरल सरप्रस्त सन, एक नैन सुख शास्त्री सन हिंदू समाज के, वो लोग भी अपना रूपलाल सन, ये सारे लोग जो सन सरप्रस्त सन। और इन्हों की रहनुमाई एक बहुत बड़ी एजिटेशन जम्मू के अंदर हुई जितों जाके सरकार मजबूर होके ये मसला साड़ा फिर नवें सिरों शुरू किया कि इन्हों का बसाओ, इन्हों की रिहेबिलिटेशन जी है वो किस ढंग नाल की जाए। फिर उस एजिटेशन तो बाद जाके जदोजहद तो बाद जाके मसला साड़ा शुरू होया। ਤੁਹਾਡੀ ਸਾਰੀ ਜਿੱਦੋ-ਜਹਿਦ ਦਾ ਜੋ ਸਿੱਟਾ ਨਿਕਲਿਆ ਸੀ ਸ਼ਾਇਦ ਉਹ JPC ਰਿਪੋਰਟ ਕਰਕੇ ਆਏ ਸੀ, ਜੋ ਫਾਈਨਲ JPC ਲੇਟੈਸਟ ਰਿਪੋਰਟ ਦੇ ਬਾਰੇ ਚ ਤੁਸੀਂ ਥੋੜੀ ਜਾਣਕਾਰੀ ਦੇ ਦਿਓ। ਅਸੀਂ ਮੁਖਤਸਰ ਤੌਰ ਤੇ ਮੈਂ ਕਰਾਂ ਕਿ ਸਾਡੀ ਜਦੋਜਹਿਦ ਦਾ ਜਿਹੜੇ ਉਹ ਤਿੰਨ ਮੁੱਖ ਜਿਹੜੇ ਨਿਸ਼ਾਨੇ ਸਨ। ਪਹਿਲਾ ਨਿਸ਼ਾਨਾ ਤੇ ਇਹ ਮਿੱਥਿਆ ਗਿਆ ਸੀ ਕਿ ਜਿਹੜੀ ਸਾਡੀ ਜਾਇਦਾਦ POK 'ਚ ਰਹਿ ਗਈ ਹੈ उस जायदाद का मुकम्मल माकूल मुआवजा जो है वो सरकार साढ़े लोगों को देवे, नंबर 1। नंबर 2 ये सी कि साढ़ा जो नौजवान वर्ग है पढ़ा लिखा है उन्होंने नौकरियों के अंदर टैक्नीकल कॉलेज अंदर बाकी उन्होंने राखवें हक होने चाहिए, रिजर्वेशन मिलनी चाहिए। तीसरा सी कि साड़ी अपनी नुमाइंदगी कोई नहीं रियासत की असैंबली के अंदर, साड़ियाँ सीटां जिहड़ियां असीं नाल लैके आए हैं वो सीटां सानूं जिहड़ियां राखवीं साड़ियां दित्ती जान ताकि असीं अपने समाज की नुमाइंदगी जिहड़ी है असीं कर सकीए। ये तीन गल्लां निशाना लैके असीं चले सा। तो ये ਉਹ ਦੂਸਰੀ ਜਿਹੜੀ ਅਲਾਟਮੈਂਟ ਸਾਨੂੰ ਜ਼ਮੀਨ ਦੀ ਹੋਈ उसदे विच प्रॉब्लम ये जमीन सी कि सानूं ये कोई भरोसा नहीं सी कि ਉਹਦੇ 'ਚ जम्मू कश्मीर का जिहड़ा विधान सी ਉਹਦੇ 'ਚ बाकायदा एक प्रोविजन रखा होया सी कि अगर जिहड़ा मुसलमान इत्थों चला गया वो अगर कानूनी तरीके नाल वापस आ जाएगा वो आके अपनी प्रॉपर्टी जायदाद जिहड़ी है दोबारा वापस लै सकदा है। तो सानूं ये बड़ा खर्चा सी कि अगर वो जमीन सानूं जो थोड़ी बहुत राहत होई दी है वो अगर आएंगे वापस ले लेंगे तो असीं लोग किधर जावांगे। तो असीं फिर सरकार नूं कहा कि जिहड़ी जमीन सानूं दित्ती दी है चाहे वो वैक्यू प्रॉपर्टी है जिन्हों असीं जिहड़े मुसलमान चला गया सी चाहे वो सरकार की जमीन है सानूं उह ते बाकायदा मालकाना हक चाहिए ने। साडी पहली जदोजहद सी कि साडी जी तकरीबन 80% फैमिली जिहड़ियां सन 1947 दियां वो जमीन ते बैठी जमीन नूं लाट हुई सन। तो उस वक्त सरकार में जो एग्री रिफॉर्म एक्ट बनया ਉਹਦੇ सैक्शन 3 ये रख के तो सानूं ऑक्यूपेंसी टेनेंसी राइट दिते क्योंकि कश्मीर का झगड़ा है जब तक वो कहने सैटल नहीं हो सके तो मालकाना हक जो है वो नहीं मिल सकते खास करके वैक्यू प्रॉपर्टी से। और जी दूसरी जमीन सी स्टेट लैंड सी वो तो सानूं 254 सी तो उन्होंने बाकायदा फुल प्रॉपर्टी राइट्स मालकाना हक देते। इत्थे सैक्शन 3 दे गए तो साढ़े कम से कम हक हुकूक महफूज किए। अगर उत्थों वो आएंगे तो उन्होंने कम से कम तुहानूं डिसप्लेस नहीं किया जाएगा, तुहानूं डिस्टर्ब नहीं किया जाएगा। उन्होंने असें बाकी प्रोविजन रखे। गवर्नमेंट ऑफ इंडिया ने कहा कि असीं फाइनेंशियल गारंटी दी उन्होंने गवर्नमेंट ऑफ इंडिया ने अगर वो मुसलमान वापस आएगा तो उसकी जायदाद उस वक्त जितनी उसकी वैल्यू होएगी उसके मुताबिक गवर्नमेंट ऑफ इंडिया को पैसा दे दी। लेकिन 47 के लोगों को डिस्टर्ब नहीं किया जाएगा। ये साड़ी जदोजहद का नतीजा ये निकलिया। और इस तो बाद जी दूसरे बहुत सारी प्रॉब्लम जी ऐसे कंपनसेशन सी रिजर्वेशन सी सीटां ये बड़ा मसला आज ही मसला टिका रही है। उसके वास्ते पंछी जी ने बड़ी जल्द करके 1978 एक पार्लीमेंट्री कमेटी बनाई सी
ਬਣਵਾਈ ਸੀ ਪਾਰਲੀਮੈਂਟ ਦੀ। ਉਹ ਪਾਰਲੀਮੈਂਟਰੀ ਕਮੇਟੀ 78 ਜਿੱਥੇ ਆਈ, ਉਹਨਾਂ ਨੇ ਕਠੂਆ ਤੋਂ ਲੈ ਕੇ ਪੁਣੇ ਤੱਕ ਜਿੱਥੇ ਜਿੱਥੇ ਸਾਡੀਆਂ ਰਿਫਿਊਜੀਆਂ ਬਸਤੀਆਂ ਸਨ, ਪੰਛੀ ਨੂੰ ਨਾਲ ਲੈ ਕੇ ਗਏ, ਲੋਕਾਂ ਨਾਲ ਗੱਲਬਾਤ ਕੀਤੀ। 2 ਸਾਲ ਸਰਕਾਰ ਨਾਲ ਗੱਲਬਾਤ ਕੀਤੀ। ਭਾਰਤ ਸਰਕਾਰ ਦੇ ਜਿਤਨੇ ਮਹਿਕਮੇ ਸਨ, ਫਾਰਮ ਮਿਨਿਸਟਰੀ ਸੀ, ਲਾ ਮਿਨਿਸਟਰੀ ਸੀ, ਰੀਹੈਬਿਲਿਟੇਸ਼ਨ ਮਿਨਿਸਟਰ ਉਹਨਾਂ ਦੀ ਗਵਰਨਮੈਂਟ ਆਫ ਇੰਡੀਆ ਦੀ, ਸਾਰੇ ਨਾਲ ਬੜੀ ਡਿਟੇਲ ਵਿਸਤਾਰ ਨਾਲ ਗੱਲ ਕਰਕੇ ਉਹਨਾਂ ਨੇ ਜੋ ਰਿਪੋਰਟ ਦਿੱਤੀ, ਉਹ ਰਿਪੋਰਟ ਉਹਦਾ ਜਿਹੜਾ ਸੰਖੇਪ ਤੋਂ ਮੈਂ ਦੱਸਣਾ ਰਿਪੋਰਟ ਇਹ ਸੀ, ਉਹਨੇ ਕਿਹਾ ਕਿ ਤੁਹਾਡੀ ਜਿਹੜੀ ਕੰਪਨਸੇਸ਼ਨ ਹੈ, ਉਹ ਤੁਹਾਡੀ ਜਿਹੜੀ ਸੀਟਾਂ ਹੈ ਖਾਸ ਕਰਕੇ, ਇਹ ਤੁਹਾਨੂੰ ਨਹੀਂ ਮਿਲ ਸਕਦੀਆਂ, ਕਿਉਂਕਿ ਅਗਰ ਗਵਰਨਮੈਂਟ ਆਫ ਇੰਡੀਆ ਤੁਹਾਨੂੰ ਸਭ ਕੁਝ ਦੇ ਦੇਵੇ ਤਾਂ ਸਰਕਾਰ ਦਾ ਜਿਹੜਾ ਕਲੇਮ ਜਿਹੜਾ ਹੈ ਉਸ ਕਸ਼ਮੀਰ ਦੇ ਉੱਤੇ ਕਮਜ਼ੋਰ ਪੈ ਜਾਏਗਾ ਇੰਟਰਨੈਸ਼ਨਲ ਫੋਰਮ ਦੇ ਅੰਦਰ, ਯੂਨਾਈਟਿਡ ਨੇਸ਼ਨ ਦੇ ਅੰਦਰ। ਲਿਹਾਜ਼ਾ ਸਾਨੂੰ ਕੌਨਸਟੀਟਿਊਸ਼ਨਲ ਪ੍ਰੋਬਲਮ ਗਵਰਨਮੈਂਟ ਆਫ ਇੰਡੀਆ ਨੂੰ ਹੈ ਕਿ ਅਸੀਂ ਤੁਹਾਨੂੰ ਕੰਪਨਸੇਸ਼ਨ ਵਗੈਰਾ ਨਹੀਂ ਦੇ ਸਕਦੇ ਜਦ ਤੱਕ ਉਸ ਕਸ਼ਮੀਰ ਦਾ ਫੈਸਲਾ ਜਿਹੜਾ ਨਹੀਂ ਹੋਇਆ। ਤਾਂ ਉਹਨੇ ਕਿਹਾ ਕਿ ਠੀਕ, ਅਸੀਂ ਵੀ ਕਿਹਾ ਵੀ ਚਲੋ ਠੀਕ ਹੈ, ਲੇਕਿਨ ਇਹਦਾ ਕੋਈ ਆਲਟਰਨੇਟਿਵ ਹੋਣਾ ਚਾਹੀਦਾ। ਉਸ ਵਕਤ ਫਿਰ ਉਹਨੇ ਨਾਲੇ ਰਿਪੋਰਟ ਕੀਤੀ ਕਿ ਇਹਨਾਂ ਦਾ ਮਸਲਾ ਬੜਾ ਜੈਨੂਨ ਮਸਲਾ ਹੈ, ਇਹ ਲੋਕ ਫੁੱਲੀ ਰੀਹੈਬਿਲਿਟੇਟ ਨਹੀਂ ਹੋਏ ਦੇ, ਔਰ ਇਹਨਾਂ ਤੋਂ ਬਾਅਦ ਜਿਹੜੇ ਲੋਕ ਥੋੜ੍ਹੇ ਬਹੁਤੇ ਡਿਸਕਲੋਜ਼ਰ 65 71 ਦੇ, ਉਹਨਾਂ ਨੂੰ ਕਈ ਗੁਣਾ ਇਹਨਾਂ ਨੂੰ ਬੈਨੀਫਿਟ ਜ਼ਿਆਦਾ ਮਿਲੇ, ਲੇਕਿਨ ਇਹਨੂੰ ਅੱਜ ਤੱਕ ਕੁਛ ਮਿਲੇ ਨਹੀਂ। ਉਹ ਸਰਕਾਰ ਜਿਹੜੇ ਇਸ ਮਸਲੇ ਬਾਰੇ ਕੋਈ ਸੋਚੇ, ਫਿਰ ਜਾ ਕੇ ਉਹ ਰਿਪੋਰਟ ਜਿਹੜੀ ਹੈ ਉਹਦੀ ਅਮਲ ਦਰਾਮਦਗੀ ਤਾਂ ਕੋਈ ਨਹੀਂ ਹੋਈ। ਲੇਕਿਨ ਸਾਡੀ ਜਦੋਜਹਿਦ, ਗ੍ਰਿਫਤਾਰੀਆਂ ਮੁਸ਼ਕਿਲ ਚੱਲਦੀਆਂ ਰਹੀਆਂ। ਉਹਨੇ ਜਦੋਂ ਫਾਰੂਕ ਸਾਹਿਬ ਆਏ, ਆਪਣੇ ਬਰਸੇ ਇਕਦਾਰ ਆਏ, ਇਹਨਾਂ ਨੇ ਆਉਂਦੇ ਇੱਕ ਨਵਾਂ ਬਿੱਲ ਅਸੈਂਬਲੀ ਪੇਸ਼ ਕੀਤਾ, ਰੀਸੈਟਲਮੈਂਟ ਐਕਟ। ਇਹ ਵੀ ਉਹਨਾਂ ਲੋਕਾਂ ਵਾਸਤੇ ਸੀ ਜਿਹੜਾ ਪ੍ਰੋਵੀਜ਼ਨ ਕੌਨਸਟੀਟਿਊਸ਼ਨ ਦੇ ਅੰਦਰ ਸੀ, ਉਹਨੂੰ ਹੋਰ ਮਜ਼ਬੂਤ ਕਰਨ ਦੇ ਵਾਸਤੇ ਨਵਾਂ ਐਕਟ ਲਿਆਂਦਾ। ਫਿਰ ਅਸੀਂ ਐਜੀਟੇਸ਼ਨ ਕੀਤੀ। ਮੈਨੂੰ ਬੜਾ ਲੰਬਾ ਚੌੜਾ ਐਜੀਟੇਸ਼ਨ ਕਰਨ ਤੋਂ ਬਾਅਦ ਮੈਂ ਇਹ ਕਹਾਂਗਾ ਕਿ ਅੱਜ का जो भी साढ़े 47 लोगों को थोड़ा बहुत है, तो ये उससे एजिटेशन का, पंछी जदोजहद का, बाकी जो बजुर्ग साढ़े नाल इलाके ने सब इलाके चलते रहे, जिन्होंने तुम सिंबल कैंप तो कई लोग सन, सर चैन सिंह सन, सर करतार सिंह फैक्ट्री सन, गुरबचन चंद सन, रामलाल जो सन, और बड़े बड़े लोग सन। सारे लोगों ने, मंत्रकबीर सन, इन्होंने अपनी अपनी जगह लोगों ने सारे ने अपने समाज की बड़ी सेवा की है। तो साड़ी जदोजहद जी है अज मुतवातर अज भी साड़ी चल रही है। तो जिस तरह के पिछले इलैक्शनां दे विच तुसीं खुल के एक जो सरकार है, जो इस वेले दी सरकार है, ਉਹਦੇ ਬਾਰੇ ਤੁਸੀਂ ਖੁੱਲ ਕੇ ਕਿਹਾ ਸੀ ਕਿ ਵੀ ਇਹਨਾਂ ਨੂੰ ਵੋਟ ਪਾਓ, ਜਿਤਾਓ ਤੇ ਇਹ ਸਾਡੀਆਂ ਗੱਲਾਂ ਸੁਣਨਗੇ। ਤੋ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਨੇ ਤੁਹਾਡੇ ਬਾਰੇ 'ਚ ਕੁਝ ਸੋਚਿਆ ਹੈ, ਕੁਝ ਕੀਤਾ ਹੈ ਜਾਂ ਨਹੀਂ? ਅੱਜ ਤੱਕ ਨਾ ਤੇ ਸੂਬਾ ਸਰਕਾਰ ਨੇ ਨਾ ਰਿਆਸਤੀ ਸਰਕਾਰ ਨੇ ਸਾਡੇ ਬੁਨਿਆਦੀ ਮਸਲੇ ਵੱਲ ਕੋਈ ਧਿਆਨ ਦਿੱਤਾ ਹੈ ਅਤੇ ਨਾ ਉਹਨੂੰ ਹੱਲ ਕਰਨ ਦਾ ਕੋਈ ਯਤਨ ਕੀਤਾ। ਉਹ ਸਰਕਾਰ ਟੋਟਲੀ ਜਿਹੜੀ ਹੈ ਕਾਂਗਰਸ ਦੀ, ਔਰ ਇੱਥੇ ਸਰਕਾਰ ਨਾਨ ਸੀਰੀਅਸ ਹੈ। ਉਸ ਵਕਤ ਅਸੀਂ ਜਿਹੜੀ ਸਾਡੀ ਸ਼ਰਨਾਰਥੀ ਕਮੇਟੀ ਸੀ, ਅਸੀਂ ਕਿਹਾ ਕਿ ਜਿਸ ਪਾਰਟੀ ਦੀ ਹਾਈ ਕਮਾਂਡ ਸਾਡੇ ਨਾਲ ਗੱਲ ਕਰੇਗੀ, तो असी क्योंकि पिछले कई इलैक्शनों तो लगातार 50 साल तो असी एको सरकार एको तरह के लोगों को वोट देंदे आ रहे हैं। उन्होंने लोगों ने साड़ी गल सुनी अनसुनी कर दी थी। असी अज भी उत्थे ही आ, जो थोड़ा बहुत सानू मिलिया एक कर दिता, दूजी अस वापस ले लिया सरकार ने। सानू देखा जाए तो मिलिया कुछ भी नहीं है। तो जिहड़ी सूबा सरकार, जिहड़ी हाई कमांड, चाहे वो कांग्रेस की है चाहे भारतीय जनता पार्टी है, कोई हाई कमांड साडे नाल जिहड़ी गल करेगी असी उस नाल उसनूं वोट देने का यत्न करांगे। लोगों को वोट दें। भारतीय जनता पार्टी मजबूर करने लगे कि तुसीं कमिटमेंट ये की थी प्रैस कांफ्रेंस कि जिहड़ी हाई कमांड गल करेगी तो उसनूं सपोर्ट करांगे। तो अज तो साड़ी सारी हाई कमांड ने तुहानूं गल कीती है, तुहानूं आश्वासन दिता है। भारतीय जनता पार्टी नैशनल प्रेजिडेंट, वाइस प्रेजिडेंट अरुण जेटली जिहड़े एक जिम्मेदार बंदे ने, तो तुसीं अपना जिहड़ा थोड़ा इखलाक तो यही बनता है कि तुम साड़ी सपोर्ट करो। तो असी क्या ठीक है, असी जो कमिटमेंट दी हुई है बाकी थ्रू प्रैस कांफ्रेंस, असी भारतीय जनता पार्टी दफ्तर बैठ के वो लोग सारे नाल बैठे सारे, उन्होंने मौजूदगी असी क्या लोगों के इतने सालों को लगातार जदोजहद कर रहे हैं। ये जिहड़ियां पार्टियां जिन्होंने असी अज तक वोट दी है, इन्होंने सारा मसला सुलझाने के बजाय साड़ा डैमेज, सारा नुकसान किया। ये गल किहड़े सन दी है? ये 2008 की है। 2008 की है। तो 2008 तो बाद मतलब उस तो बाद भारतीय जनता पार्टी की बरसदार नहीं आई मुड़ के कांग्रेस ही आई। तो उन्होंने 2007 मैं डॉक्टर मनमोहन सिंह मिलने का मौका मिला। मैं 6 बार मिलिया प्रधानमंत्री साहब डॉक्टर मनमोहन सिंह, जदों टाइम मंगे अपॉइंटमेंट मंगे उन्होंने देती। वोरा साहब बैठे, साढ़े 11 बंदे डेलीगेशन थी। तो वो फिर सारी गल बड़ी डिटेल ने साड़ी गल सुनी। उन्होंने सुन के वो कहने लगे कि मैं आप रिफ्यूजी हाँ, तुहाड़ा यतन मैं दर्द तुहाड़ा मैं समझदा, लेकिन साड़ियाँ कोई सियासी मजबूरियां ने। मैं कहा जी तुसीं सियासी मजबूरी तो असीं किहड़े पासे जाइए, साडा तो कोई नुमाइंदगी नहीं, कोई साड़ी फरियाद है तुहाडे अगे कि असीं जायज़ गल कह रहे हैं, नाजायज़ गल कोई नहीं। सरकारां दा एक कॉन्स्टिट्यूशनल ड्यूटी बनती है कि वो अपने लोगों को औखे वेले सहायता करके उन्होंने पैरों ते खड़े करन। ते असीं क्या तुसीं तुहाडी सरकार बैठी दी है,
वो कहने लगे कि सर को पैसे की हिंदुस्तान को कोई कमी नहीं है, जितना पैसा तुहानूं देना जो कुछ तुहानूं देना, ये बड़ी मामूली गल है, कम से कम कोई प्रपोजल बन के इत्थे आना चाहिए। तो असीं कहा तुहाडी वो कहने कि तुसीं अपने कोई जदोजहद करो। तो मैं कहा जी असीं जदोजहद करके थक गया, 70 साल हो गए जदोजहद करदे, असीं थक गए। पुराने लोग जो करन वाले चले गए, बच्चे नौकरियां मिलियां नहीं, बच्चे बाहर चले गए, तो बड़ा मुश्किल है। तुसीं तुहाडी पार्टी जिहड़ी है वो कोलीशन गौरमेंट ही बैठी दी है, वो मौजूदा चीफ मिनिस्टर ने तुहाडी पार्टी बैठी, तुसीं अपनी पार्टी ने कहो कि भाई कल इन्होंने को प्रपोजल बना के भेजो, सरकार भेजे, जायज़ मसला है ना। तो फिर उन्होंने डॉक्टर साहब ने अपनी पार्टी को क्या मजबूर किया, वो फिर 25 लाख का तुहानूं याद होगा पहला प्रपोजल जो बनया सी, वो प्रपोजल जो इन्हें 6 मिलाटियां जिहड़ियां साडी प्रधानमंत्री साहब नाल होईयां ने, उन्होंने मिलाटियां का रिजल्ट ये निकलिया कि वो 25 लाख का प्रपोजल जो है वो बन के गया सेंटर च, कि उत्थे मोदी साहब आ गए थे सेंट्रल गौरमेंट 14 च, तो इन्होंने वो प्रपोजल भेजा अक्तूबर 20 अक्तूबर 2014 ਨੂੰ, उत्थे मोदी साहब आ गए, इत्थे नवंबर च अगे इलैक्शन सी असैंबली दी, 14 ਦੀ असैंबली इलैक्शन सी, तो वो प्रपोजल जो 25 लाख का गया, वो कुछ इतराज़ लगा के तो गौरमेंट ऑफ इंडिया ने मिनिस्ट्री ऑफ होम अफेयर्स ने वापस भेज दिया। ਕਿਹੜੀ ਗਵਰਨਮੈਂਟ ਨੇ ਵਾਪਸ ਭੇਜਿਆ, ਕਾਂਗਰਸ ਸਰਕਾਰ ਨੇ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ? ਸਰ ਉਹ ਸੀ ਉਹਦੇ ਸੀ ਕਿ ਤੁਸੀਂ ਜਿਹੜਾ ਰਿਫਿਊਜੀ ਪਹਿਲਾਂ ਉਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ 25 ਲੱਖ ਦੇ ਰਹੇ ਹੋ, किस हिसाब से दे रहे हो, कोई क्राइटेरिया होना चाहिए है कि कितना नुकसान होया है, कोई असैसमेंट तुसीं लगाई है, तुसीं 40 लाख क्यों नहीं लिखिया, 20 लाख क्यों नहीं लिखिया, सीधा एक लाइन लिखी कि 25 लाख दो, तो सानूं इहदा बाकायदा वेरवा चाहिए, डिटेल चाहिए। नंबर 1। नंबर 2 उन्होंने कहा कि जरा रिफ्यूजी इन्होंने तो बाहर स्टेटां जाके सैटल हो गया 1947, क्या रिफ्यूजी स्टेट सब्जैक्ट नहीं है, उत्थे रहने वाला नहीं है, बोनाफाइड नहीं है, अगर वो है तो वो क्यों तुसीं विच इंक्लूड नहीं कीते? ਪਰ ਤੁਸੀਂ ਇੱਕ ਗੱਲ ਸ਼ਾਇਦ ਸੁਣੀ ਹੈ ਤੇ ਤੁਹਾਨੂੰ ਪਤਾ ਹੀ ਹੈ, ਜੋ ਸਟੇਟ ਸਬਜੈਕਟ ਨੂੰ ਖਤਮ ਕਰਕੇ ਉਹਦੀ ਜਗ੍ਹਾ ਡੋਮਿਸਾਈਲ ਲਿਆ ਦਿੱਤਾ ਗਿਆ। मैं इसके बारे में मैं बात ਹਾਂ, ਤਾਂ ਜੋ ਸਟੇਟ ਸਬਜੈਕਟ ਵਰਸਸ ਡੋਮਿਸਾਈਲ, ਜੋ ਸ਼ਰਨਾਰਥੀ ਜਿਹੜੇ ਹਨ ਸਾਡੇ, ਉਹਨਾਂ ਦਾ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਜੋ ਸਾਡੇ ਸ਼ਰਨਾਰਥੀ ਹਨ ਉਹਨਾਂ ਦੇ ਸਟੇਟ ਸਬਜੈਕਟ ਦੇ ਉੱਪਰ ਉਹਨਾਂ ਦਾ ਨੇਟਿਵ ਐਡਰੈਸ ਵੀ ਹੁੰਦਾ ਹੈ, ਜਿੱਥੋਂ ਵੀ ਉਹ ਪੀਓਕੇ ਤੋਂ ਚੱਲ ਕੇ ਆਏ ਹਨ ਉਹਨਾਂ ਦਾ ਨੇਟਿਵ ਐਡਰੈਸ ਵੀ ਹੁੰਦਾ ਹੈ, ਪਰ ਉਹ ਨੇਟਿਵ ਐਡਰੈਸ ਇਹਨਾਂ ਦਾ ਡੋਮਿਸਾਈਲ ਦੇ ਵਿੱਚ ਕਿਉਂ ਨਹੀਂ ਹੈ? ਇਹਨਾਂ ਨੂੰ ਜੰਮੂ ਕਸ਼ਮੀਰ ਯੂਨੀਅਨ ਟੈਰੀਟਰੀ ਦਾ ਹੀ ਸਿਟੀਜ਼ਨ ਬਣਾ ਦਿੱਤਾ ਗਿਆ, ਯਾਨੀ ਕਿ ਹੁਣ ਜਿਨ੍ਹਾਂ ਦੇ ਕੋਲ ਡੋਮਿਸਾਈਲ ਹੈ, ਕਿਆ ਉਹ ਪੀਓਕੇ ਦੇ ਸ਼ਰਨਾਰਥੀ नहीं रहे? ठीक बात है। मैं पहले एक मिनट में थोड़े सवाल का जवाब बाद ही देंगा। पहले जी गल चल रही थी, मैं पार्लीमेंट्री कमेटी रिपोर्ट की गल की थी, ये 25 लाख का प्रपोजल वापस आ गया। हूँ उन्होंने दिनों च डॉक्टर मनमोहन सिंह के जमाने के उन्होंने एक पार्लीमेंट्री कमेटी बनाई थी कश्मीरी पंडितों वास्ते, कि कश्मीरी पंडितों को मुड़ के असीं लै जाना है, किस तरह लेना, की रिसोर्स चाहिए ने, की कुछ करना चाहिए सरकार को, सेंटर को की करना चाहिए, स्टेट को की करना चाहिए। उस संबंध कमेटी बनी थी, तो असी उस कमेटी में साड़ी मुलाकात हुई, असी अपनी सारी वार्तालाप ए तो लैके जड़ तक सुनाई। साड़ी गल सुनने तो बाद जड़े हुण वाइस प्रेजिडेंट आउट गोइंग वाइस प्रेजिडेंट वेंकैया नायडू साहब, तो ये चेयरमैन सन, तो इन्होंने सारी गल सुनी। ये कहने लगे कि नुकसान तो आपका हुआ है, सब कुछ, तो ये लोग जो बाकी जितने लोग हैं इनका तो कुछ ऐसे ही है, ये तो आपके साथ बड़ी बेइंसाफ़ी हुई है, तो आप फिक्र मत करो कि जो हमारी रिपोर्ट आएगी उसमें आपके साथ पूरा इंसाफ करेंगे। तो मैं अपनी ज़िंदगी के अंदर इन 50-52 साल की जदोजहद मैं पहली कमेटी देखी है जिन्होंने सिग्निफिकेंटली बिल्कुल वधिया सिफारिशां जड़ियां कीतियां ने साड़ी सैटलमेंट के वास्ते। पहली सिफारिश उन्होंने ये की है कि इन्हों 30 लाख रुपया दिता जाए पर फैमिली, वो इस वास्ते दिता जाए कि इन्हों का नुकसान का जायज़ा जोड़ा है वो इस वक्त नहीं लिया जा सकता, क्योंकि POK जी पाकिस्तान के कब्जे च है। वो जिसले असी वो इलाका वापस लवांगे तो इन्हों की जायदाद का सारा वेरवा, सारा नुकसान जो है वो जमा माइनस प्लस करके 30 लाख रुपया असीं एक्सग्रेशिया रिलीफ ग्रांट दे रहे हैं, तो रिलीफ ग्रांट दे रहे हैं। तो वो दो उन्होंने कहा कि जड़ियाँ सीटां इन्हों इन्होंने फौरी तौर पर सीटां दी जान, सरकार 8 सीटां ताकि अपनी नुमाइंदगी हासिल कर। तीसरा उन्होंने रिजर्वेशन की गल की, उन्होंने कहा फौरी तौर पर भारत सरकार भी और जम्मू कश्मीर सरकार भी इन्होंने बच्चों को जी है जी रिजर्वेशन बगैर टाइम वेस्ट करने तो अगे बहुत कुछ नुकसान हो गया है। अज तक लोग अपने पैरों पर नहीं खड़े हो सके, और जो कुछ मिले इन्हों वो बिल्कुल टोटली इनसिग्निफिकेंट है, ना होने के बराबर है। ये उस कमेटी रिपोर्ट थी उस सरकार, वो पार्लीमेंट कमेटी जो रिपोर्ट गई बाकायदा 2014 दिसंबर के अंदर, तो 2 सदनों पेश हुई रिपोर्ट, लेकिन वो रिपोर्ट ना तो गवर्नमेंट ने रिजेक्ट की तो ना उन्होंने एक्सैप्ट की।
ਉਸ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਪੈਕੇਜ ਜਿਹੜਾ ਡਿਕਲੇਅਰ ਕੀਤਾ 2000 ਕਰੋੜ ਦਾ 2015 'ਚ 80,000 ਕਰੋੜ ਪੂਰੀ ਸਟੇਟ ਦੇ ਪਾਸੇ ਆਇਆ ਸੀ। ਉਹਦੇ ਵਿੱਚ 2000 ਕਰੋੜ ਉਹਨਾਂ ਨੇ 1947 ਔਰ 65-71 ਦੇ ਰਿਫਿਊਜੀਆਂ ਸੀ ਦੇ ਦਿੱਤਾ। ਲੇਕਿਨ ਕਿਆ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਸ ਸਰਕਾਰ ਨੇ ਵੀ ਤੁਹਾਡੀ ਜਿਹੜੀ ਮੰਗ ਹੈ ਉਹ ਅਣਦੇਖੀ ਕਰ ਦਿੱਤੀ ਹੈ? ਕਿਉਂਕਿ 30 ਲੱਖ ਰੁਪਈਆ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਸ਼ਰਨਾਰਥੀਆਂ ਨੂੰ ਦਿੱਤਾ ਜਾਵੇਗਾ, ਪਰ ਜਿਹੜਾ ਤੁਹਾਡਾ ਜੰਮੂ ਕਸ਼ਮੀਰ ਜੋ ਤੁਹਾਡੀ ਸ਼ਰਨਾਰਥੀ ਐਕਸ਼ਨ ਕਮੇਟੀ ਹੈ ਉਹਦੇ ਥਰੂ ਹੀ ਫਾਰਮ ਭਰਵਾਏ ਗਏ, ਜਿਹੜੇ ਕਿ ਪਹਿਲੀ ਕਿਸ਼ਤ ਕਹਿ ਕੇ ਸਾਰਿਆਂ ਲੋਕਾਂ ਨੂੰ ਦੱਸਿਆ ਗਿਆ ਕਿ ਇਹ ਪਹਿਲੀ ਕਿਸ਼ਤ ਹੈ 5.5 ਲੱਖ ਦੀ, ਪਰ ਉਸ ਫਾਰਮ ਦੇ ਉੱਪਰ 1 ਟਾਈਮ ਸੈਟਲਮੈਂਟ ਲਿਖਿਆ ਹੋਇਆ ਸੀ। ਅਗਰ ਉਹ ਪਹਿਲੀ ਕਿਸ਼ਤ ਸੀ ਤੇ ਫਿਰ 1 ਟਾਈਮ ਸੈਟਲਮੈਂਟ ਨਹੀਂ ਸੀ ਹੋਣਾ ਚਾਹੀਦਾ, 1 ਟਾਈਮ ਸੈਟਲਮੈਂਟ ਦੀ ਪਹਿਲੀ ਕਿਸ਼ਤ ਲਿਖਿਆ ਦਾ ਹੋਣਾ ਚਾਹੀਦਾ ਸੀਗਾ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਅੱਗੇ ਵੀ ਬੜੀ ਵਾਜ਼ਿਆ ਕਰ ਬੈਠਾ, ਬੜੀਆਂ ਪ੍ਰੈਸ ਕਾਨਫਰੰਸਾਂ ਇਸ਼ਤਿਹਾਰਾਂ ਦੇ ਰਾਹੀਂ, ਬਾਕੀ ਗੁਰਦੁਆਰਿਆਂ ਦੀ ਦਸਵੀਆਂ ਦੇ ਰਾਹੀਂ, ਜਾਂ ਜਿੱਥੇ ਜਿੱਥੇ ਅਸੀਂ ਮੈਂ ਤਕਰੀਬਨ ਕੋਈ ਇਲਾਕਾ ਨਹੀਂ ਛੱਡਿਆ ਕਸ਼ਮੀਰ ਆਪਣੇ ਕਠੂਆ ਤੋਂ ਲੈ ਕੇ ਪੁੰਛ ਤੱਕ, ਜਿੱਥੇ ਮੈਂ ਪਿੰਡਾਂ ਵਿੱਚ ਆਪਣੇ ਲੋਕਾਂ ਕੋਲ ਨਾ ਗਿਆ ਹਾਂ। ਮੈਂ ਹੁਣ 3 ਦਿਨ ਆਏ, ਪਿਛਲੇ ਹਫ਼ਤੇ 3 ਦਿਨ ਰਜੌਰੀਆ ਟੂਰ ਕਰਕੇ ਆਇਆ, ਮੈਂ ਨਾ ਗਿਆ ਹਾਂ। ਅਸੀਂ ਵਾਜ਼ਿਆ ਤੌਰ 'ਤੇ ਲੋਕਾਂ ਨੂੰ ਕਿਹਾ ਕਿ ਨਾ ਤਾਂ ਸਰਕਾਰ ਨੇ ਕਿਹਾ ਕਿ ਪਹਿਲੀ ਕਿਸ਼ਤ ਹੈ, ਇਹ ਸਿਰਫ ਲੋਕਾਂ ਦਾ ਪ੍ਰਾਪੇਗੰਡਾ ਹੈ। ਔਰ ਮੈਂ ਕਹਾਂ ਕਿ ਲੋਕਾਂ 'ਚ ਅਵੇਅਰਨੈਸ ਨਾ ਹੋਣ ਦੀ ਕਰਕੇ ਕੋਈ ਸਰਕਾਰ ਨੇ ਕਿਹਾ ਕਿ ਪਹਿਲੀ ਕਿਸ਼ਤ ਹੈ। ਗਈ ਇਹ ਗੱਲ 1 ਟਾਈਮ ਸੈਟਲਮੈਂਟ ਟਰਮ ਦੀ। ਅੱਜ ਜਿਸ ਤਰ੍ਹਾਂ ਕਿ 1975 ਦੇ ਵਿੱਚ ਅਸੀਂ ਸਰਕਾਰ ਨੂੰ ਇੱਕ ਵਾਕਈ ਅਲਟੀਮੇਟਮ ਦਿੱਤਾ ਸੀ ਕਿ ਸਾਡੀ ਸੈਟਲਮੈਂਟ 1 ਟਾਈਮ ਸੈਟਲਮੈਂਟ ਹੋਣੀ ਚਾਹੀਦੀ ਹੈ। 1 ਟਾਈਮ ਸੈਟਲਮੈਂਟ ਤਾਂ ਇਹ ਸੀ ਕਿ ਸਾਡੇ ਕੁਛ ਮੁੱਦੇ ਸੈਂਟਰ ਸਰਕਾਰ ਦੇ ਮੁਤਲਕਾ ਸਨ, ਕੁਛ ਮੰਗਾਂ ਸਾਡੀਆਂ ਜੰਮੂ ਕਸ਼ਮੀਰ ਮਗਰ ਅਸੀਂ ਕਿਹਾ ਕਿ ਸੈਟਲਮੈਂਟ ਕਰਨੀ, ਅਸੀਂ ਰੋਜ਼ ਰੋਜ਼ ਜਦੇਦਾਰ ਨਹੀਂ ਕਰ ਸਕਦੇ, ਅਸੀਂ ਮੇਨ ਸਟਰੀਮ ਵਿੱਚ ਜਾਣਾ ਚਾਹੁੰਦੇ ਹਾਂ, ਮੁਲਕ ਦੀ ਮੇਨ ਸਟਰੀਮ ਮੁੱਖ ਧਾਰਾ ਜਾਣਾ ਚਾਹੁੰਦੇ ਹਾਂ। ਅਗਰ ਸਰਕਾਰ ਨੇ ਸੈਟਲਮੈਂਟ 1 ਟਾਈਮ ਸੈਟਲਮੈਂਟ ਕਰੇ ਐਟ ਏ ਟਾਈਮ, 2 ਸਰਕਾਰਾਂ ਮਿਲ ਕੇ ਸਾਡੀ 1 ਟਾਈਮ ਸੈਟਲਮੈਂਟ, ਦੈਟ ਵਾਜ਼ ਦਾ 1 ਟਾਈਮ ਸੈਟਲਮੈਂਟ ਟਰਮ ਸੀ। ਲੇਕਿਨ ਜਿਹੜੇ ਇਹ ਬਿਊਰੋਕਰੈਟਸ ਲੋਕ ਹੁੰਦੇ ਨੇ ਨਾ, ਇਹਦੇ 'ਚ ਮੈਂ ਨਹੀਂ ਸਮਝਦਾ ਕਿ ਗੌਰਮੈਂਟ ਆਫ ਇੰਡੀਆ ਦਾ ਕੋਈ ਹੱਥ ਹੈ ਇਹਦੇ 'ਚ, ਕੋਈ ਇਸ ਤਰ੍ਹਾਂ ਨਹੀਂ ਹੈ। ਇਹ ਜੇ ਲੋਕ ਨੇ, ਇਹ ਜਿਹੜੀ 1 ਟਾਈਮ ਸੈਟਲਮੈਂਟ ਦੀ ਗੱਲ ਹੈ ਜਾਂ ਜੋ ਉਹਨਾਂ ਨੇ ਉਸ ਆਰਡਰ ਵੀ ਲਿਖਿਆ, ਇਹ 30-40 ਸਾਲ ਬਿਊਰੋਕਰੈਟਸ ਦੇ ਹੱਥ ਵਿੱਚ ਕੁਝ ਨਹੀਂ ਹੈ। ਮੈਂ ਜੋ ਗਵਰਨਮੈਂਟ ਦਾ ਪਲਾਨ ਹੁੰਦਾ ਹੈ ਉਹਦੇ ਤਹਿਤ ਹੀ ਬਿਊਰੋਕਰੈਟ ਕੰਮ ਕਰਦਾ ਹੈ। ਮੈਂ ਅਰਜ਼ ਕਰਾਂ, ਦੇਖੋ ਜਿਹੜੀਆਂ ਜਿਸ ਤੱਕ ਦੇਖੋ ਪ੍ਰਧਾਨ ਮੰਤਰੀਆਂ ਤੱਕ ਅਸੀਂ ਸਾਰੇ ਪ੍ਰਧਾਨ ਮੰਤਰੀ ਮਿਲਦੇ, ਪ੍ਰਧਾਨ ਮੰਤਰੀ ਕਿਸੇ ਵੀ ਮੁਲਕ ਦਾ ਹੋਵੇ ਉਹਦੇ ਹਜ਼ਾਰਾਂ ਕਰੋੜਾਂ ਸਮੱਸਿਆਵਾਂ ਹੁੰਦੀਆਂ, ਠੀਕ ਹੈ। ਜਦ ਤੱਕ ਜਿਹੜੀਆਂ ਮੁਤਲਕਾ ਸਰਕਾਰਾਂ ਉਹ ਆਪਣੇ ਇਲਾਕੇ ਦੇ ਲੋਕਾਂ ਦੀਆਂ, ਆਪਣੇ ਸਟੇਟ ਦੇ ਲੋਕਾਂ ਦੀਆਂ ਸਮੱਸਿਆ ਨੂੰ ਪ੍ਰੋਪਰਲੀ ਪ੍ਰੋਜੈਕਟ ਨਾ ਕਰਨ ਤੇ ਉਹ ਗੱਲ ਸਾਡੀ ਉੱਥੇ ਤੱਕ ਪਹੁੰਚਦੀ ਨਹੀਂ, ਉੱਥੇ ਤੱਕ ਨਹੀਂ ਪਹੁੰਚਦੀ। ਤਾਂ ਗੱਲ ਤਾਂ ਜਿੱਥੋਂ ਸ਼ੁਰੂ ਹੋਣੀ ਹੈ ਉੱਥੋਂ ਸ਼ੁਰੂ ਕਦੀ ਹੋਈ ਨਹੀਂ। ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਸਰਕਾਰ ਤੱਕ ਹਜੇ ਸਾਡੀ ਗੱਲ ਪਹੁੰਚੀ ਨਹੀਂ ਹੈ। ਮੈਂ ਅੱਜ ਵੀ ਇਹ ਗੱਲ ਕਰਨਾ, ਮੈਨੂੰ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਮਿਲਣਾ, ਮੈਂ ਡਾਕਟਰ ਸੁਬਰਾਮਣੀਅਮ ਸਵਾਮੀ ਨੂੰ ਮਿਲਿਆ। ਪਰ ਹੁਣ ਤਾਂ ਸਰਕਾਰ ਸੈਂਟਰ ਦੇ ਹੱਥ ਹੈ, ਜੰਮੂ ਕਸ਼ਮੀਰ ਯੂਟੀ ਬਣ ਚੁੱਕੀ ਹੈ ਔਰ ਲੈਫਟੀਨੈਂਟ ਗਵਰਨਰ ਸਾਹਿਬ ਬੈਠੇ ਹੋਏ ਹਨ। ਬਿਲਕੁਲ ਤੁਸੀਂ ਠੀਕ ਕਹਿੰਦੇ ਹੋ। ਮੈਂ ਗਵਰਨਰ ਸਾਹਿਬ ਨੂੰ ਹੀ ਮਿਲਿਆ, ਮੈਂ ਗਵਰਨਰ ਸਾਹਿਬ ਕਹਿਣ ਲੱਗਾ, ਮੈਂ ਕਿਹਾ ਜੀ ਸਾਡਾ ਮਸਲਾ ਜਿਹੜਾ ਹੈ ਇਸ ਨੂੰ ਪ੍ਰਧਾਨ ਮੰਤਰੀ ਹੋਮ ਮਿਨਿਸਟਰ ਆ ਕੇ ਪ੍ਰੋਪਰਲੀ ਪ੍ਰੋਜੈਕਟ ਕਰੋ। ਅਸੀਂ ਚਿੱਠੀ ਲਿਖਦੇ ਹਾਂ, ਅਸੀਂ ਮਿਲਦੇ ਹਾਂ, ਸਾਡੀ ਉਤਨੀ ਵੈਲਿਊ ਨਹੀਂ ਹੈ। ਮੈਂ ਹਿਊਮਨ ਰਾਈਟਸ ਕਮਿਸ਼ਨ ਦੇ ਚੇਅਰਮੈਨ ਨੂੰ ਮਿਲਿਆ, ਡਾਕਟਰ ਸੁਬਰਾਮਣੀਅਮ ਸਵਾਮੀ ਨੂੰ ਮਿਲਿਆ ਕਿ ਤੁਸੀਂ ਸਾਡਾ ਮਸਲਾ ਪ੍ਰੋਜੈਕਟ ਕਰੋ ਨਾ। ਮੈਂ ਮਿਲਦੇ ਨਾ ਬਹੁਤ ਸਾਰੀ ਸ਼ਖਸੀਅਤਾਂ ਤੋਂ ਮੈਂ ਗਵਰਨਰ ਸਾਹਿਬ ਨੂੰ ਮਿਲਿਆ। ਗਵਰਨਰ ਸਾਹਿਬ ਨੇ ਮੈਨੂੰ ਵਾਅਦਾ ਕੀਤਾ ਸੀ ਕਿ ਮੈਂ ਪਰਸਨਲੀ ਤੁਹਾਡਾ ਇਸ਼ੂ ਲੈ ਕੇ ਜਾਵਾਂਗਾ। ਮੈਂ ਕਿਹਾ ਅਗਰ ਤੁਸੀਂ ਪ੍ਰੋਜੈਕਟ ਕਰੋਗੇ ਪ੍ਰੋਪਰਲੀ, ਐਸੇ ਕੋਈ ਮੁੱਦਾ ਹੀ ਨਹੀਂ ਹੈ ਕਿ ਪ੍ਰਧਾਨ ਮੰਤਰੀ, ਇਹ ਬੜਾ ਛੋਟਾ ਮੁੱਦਾ, ਪ੍ਰਧਾਨ ਮੰਤਰੀ ਕੋਈ ਬੜਾ ਮਸਲਾ ਨਹੀਂ ਹੈ। ਇਸ ਤੋਂ ਪਹਿਲੇ ਪ੍ਰਧਾਨ ਮੰਤਰੀ ਜੀ ਸਨ, ਉਹ ਵੀ ਕਰ ਸਕਦੇ ਸਨ, ਲੇਕਿਨ ਪ੍ਰੋਜੈਕਟ ਕਿਸੇ ਸਰਕਾਰ ਨੇ ਢੰਗ ਨਾਲ, ਇਮਾਨਦਾਰੀ ਨਾਲ ਮੈਂ ਕਹਾਂਗਾ ਕਿ ਪ੍ਰੋਜੈਕਟ ਕੀਤਾ ਹੀ ਨਹੀਂ ਕੀਤਾ। ਹੁਣ 5.5 ਲੱਖ ਦੀ ਗੱਲ ਹੈ, 80,000 ਕਰੋੜ ਆਇਆ। ਮੈਂ ਇੱਥੇ ਤੁਹਾਨੂੰ ਮਿਸਾਲ ਦਿੰਦਾ ਇੱਕ, ਇਸ ਦੇ ਵਿੱਚ ਜੰਮੂ ਕਸ਼ਮੀਰ ਦੀ ਜਿਹੜੀ ਸਰਕਾਰ ਸੀ, ਜਦੋਂ 2015 ਵਿੱਚ ਭਾਰਤੀ ਜਨਤਾ ਪਾਰਟੀ PDP ਸਰਕਾਰ ਸੀ, ਇਹਨਾਂ ਲੋਕਾਂ ਦੀ ਗਫਲਤ ਦੇ ਨਾਲ, ਗੈਰ ਜ਼ਿੰਮੇਵਾਰੀ ਦੇ ਨਾਲ, ਠੀਕ ਹੈ, ਉਹ ਨੀਅਤ ਨਾ ਹੋਣ ਦੀ ਕਰਕੇ ਅਗਰ 80,000 ਕਰੋੜ 'ਚ ਗੌਰਮੈਂਟ ਨੂੰ ਕਹਿੰਦੇ ਕਿ ਵੀ 30 ਲੱਖ ਰੁਪਏ ਅਸੀਂ ਦੇਣਾ ਇਹਨੂੰ ਪਰ ਫੈਮਿਲੀ ਤਾਂ ਜ਼ਿਆਦਾ 12,000 ਜਾਂ 13,000 ਕਰੋੜ ਬਣਦਾ ਸੀ। ਟੋਟਲ 13,000 ਕਰੋੜ ਬਣਦਾ ਸੀ। ਉਹਦੇ 'ਚ 80,000 'ਚ 13,000 ਲੱਗ ਸਕਦੇ ਸੀ ਅਤੇ ਗੌਰਮੈਂਟ ਨੂੰ ਉਹ ਕਹਿ ਨਹੀਂ ਸਕਦੇ ਸੀ ਕਿ ਬਸ ਵੀ। ਲੇਕਿਨ ਇਹਨਾਂ ਲੋਕਾਂ ਨੇ ਗੈਰ ਜ਼ਿੰਮੇਦਾਰੀ ਔਰ ਬਦਨੀਤੀ ਦੇ ਨਾਲ ਕੋਈ ਇਸ ਮਸਲੇ 'ਤੇ ਕੋਈ ਵਿਚਾਰ ਨਹੀਂ ਕੀਤੀ, ਨਾ ਸੋਚਿਆ ਸਮਝਿਆ। ਸਾਨੂੰ ਇਹਨਾਂ ਦੀ ਆਪਣੇ ਅੰਦਰੂਨੀ ਸਰਕਲ ਤੋਂ ਪਤਾ ਲੱਗਾ। ਇਹ ਸਾਡੇ ਚੀਫ ਮਿਨਿਸਟਰ ਆਪਣੇ ਜੋ ਪਹਿਲੇ ਬਾਅਦ ਐਡਵਾਈਜ਼ਰ ਨੇ, ਉਹਨਾਂ ਮੈਨੂੰ ਪਰਸਨਲੀ ਦੱਸਿਆ, ਕਹਿੰਦੇ ਜੀ ਇਹਨਾਂ ਦੀ ਬੇਵਕੂਫੀ ਨਾਲ
ਤੁਹਾਡਾ ਮਸਲਾ ਫਿਰ रहेगा। इन्होंने कहा ठीक है जी दे दो इनको 2000 करोड़ दे दो जी, बड़ा इनको बहुत बड़ा जी, ये सेटल लोग हैं, ये लोग हैं, वो लोग हैं। कश्मीर वाले अगे भी चाहते सन, वो तो करनी चाहते, उन्होंने को डरते लोग, ये डरते रहे। ਜਿਹੜੀ हुकूमत बनी चाहे कोलिशन बीजेपी रही चाहे कांग्रेस रही या ਉਸ ਤੋਂ ਪਹਿਲੇ ਕਾਂਗਰਸੀ ਹੁਕੂਮਤ, तो ਹੁਣ ਜਿਹੜੇ ਕਸ਼ਮੀਰ ਦੇ ਕੋਲ ਡਰਦੇ ਰਹੇ ਜੀ, ਜਿਹੜੇ ਹੁਣ 1947 ਦੇ ਅਸੀਂ ਰਿਫਿਊਜੀ ਲੋਕ ਹਾਂ, ਸ਼ਰਨਾਰਥੀ ਲੋਕੀ ਹਾਂ, ਜੀ ਜੀ। ਹੁਣ ਅਸੀਂ J&K ਸ਼ਰਨਾਰਥੀ ਐਕਸ਼ਨ ਕਮੇਟੀ ਤੋਂ ਕੀ ਆਸ ਰੱਖੀਏ? ਕਿਆ ਉਹ ਫਿਰ ਸਾਨੂੰ ਕਹਿਣਗੇ ਕਿ ਅੱਗੇ ਹੁਣ ਇਸ ਬੰਦੇ ਨੂੰ ਵੋਟ ਪਾਓ ਜਾਂ ਉਸ ਬੰਦੇ ਨੂੰ ਵੋਟ ਪਾਓ, ਜਾਂ ਆਪਣੇ ਮਸਲੇ ਤੇ ਅੜੇ ਰਹੋ? ਮੈਂ ਅਰਜ਼ ਕਰਾਂ, ਜੇ 5.5 ਲੱਖ ਰੁਪਈਆ ਮਿਲਿਆ ਜੀ, ਅਸੀਂ ਗਵਰਨਮੈਂਟ ਦੇ 2 ਵੱਡੇ ਡੈਲੀਗੇਸ਼ਨ ਆਏ, ਆਲ ਪਾਰਟੀ ਡੈਲੀਗੇਸ਼ਨ ਗਵਰਨਮੈਂਟ ਆਫ ਇੰਡੀਆ, ਜਿਹਦੀ ਰਹਿਨੁਮਾਈ ਹੋਮ ਮਿਨਿਸਟਰ ਰਾਜਨਾਥ ਸਿੰਘ ਕਰ ਰਹੇ ਸਨ, ਗ੍ਰਾਮੀਣ ਵਿਕਾਸ ਸਨ, ਡਾਕਟਰ ਜਤਿੰਦਰ ਸਿੰਘ ਬੈਠੇ ਸਨ ਕਮੇਟੀ 'ਚ। ਅਸੀਂ ਉਹਨੂੰ ਕੈਟਾਗਰੀ ਕਿਹਾ ਸੀ ਕਿ 5.5 ਲੱਖ ਰੁਪਈਆ ਨਹੀਂ ਲੈਣਾ, ਕਿਉਂਕਿ ਇਹ ਸਾਡਾ ਜੋ ਨੁਕਸਾਨ ਹੋਇਆ ਹੈ ਅੱਜ 70-80 ਸਾਲ ਤੋਂ ਬਾਅਦ, ਉਹਦੇ ਮੁਕਾਬਲੇ ਕੁਝ ਵੀ ਨਹੀਂ ਹੈ। ਅਸੀਂ ਮੈਂ ਉਹਨੂੰ ਇਹ ਗੱਲ ਕਹੀ ਕਿ ਅਗਰ ਤੁਸੀਂ ਇਹ ਮੰਨ ਕੇ ਚੱਲੋ ਕਿ 5 ਐਵਰੇਜ ਔਸਤਨ ਕਿ 5000 ਰੁਪਈਆ ਇੱਕ ਫੈਮਿਲੀ ਦਾ ਨੁਕਸਾਨ ਹੋਇਆ, ਇਨਕਲੂਡਿੰਗ ਆਲ ਦਾ ਜ਼ਮੀਨ ਜਾਇਦਾਦ ਮਕਾਨ ਮਾਲ ਮਵੇਸ਼ੀ ਬਾਹਰ ਬੂਟਾ ਜੋ ਵੀ ਸੀ, ਤੇ 5000 ਦੀ ਜਿਹੜੀ ਵੈਲਿਊ ਅੱਜ ਬਣਦੀ ਹੈ ਪੈਸਾ ਨੂੰ ਦੇ ਦਿਓ, ਠੀਕ ਹੈ ਜੀ। ਇਸ ਕਰਕੇ 5.5 ਜਿਹੜਾ ਤੁਸੀਂ ਲੱਖ ਦਿੱਤਾ ਹੈ, ਇਹ ਸਾਡੀ ਇੱਕ ਫੈਮਿਲੀ ਦੀ 8 ਫੈਮਿਲੀ ਬਣ ਗਈ, ਅਤੇ ਸਾਨੂੰ ਕੋਈ ਲੱਭਣਾ ਨਹੀਂ ਹੈ ਜੋ ਇਹ 5.5 ਲੱਖ। ਅਗਰ ਇੱਕ ਫੈਮਿਲੀ ਇਸੇ 'ਚ 90,000 ਹੈ ਜਾਂ 70,000 ਹੈ, ਅੱਜ ਦੇ ਜ਼ਮਾਨੇ 70,000 ਇੱਕ ਫੈਮਿਲੀ ਉਹ ਕੀ ਕਰ ਸਕਦੀ ਹੈ? ਕੁਝ ਵੀ ਨਹੀਂ ਕਰ ਸਕਦੀ। ਲਿਹਾਜ਼ਾ ਅਸੀਂ ਪੈਸਾ ਲੈਣਾ ਨਹੀਂ ਹੈ। ਉਸਲੇ ਰਾਜਨਾਥ ਸਿੰਘ ਨੇ ਸਾਨੂੰ ਕਿਹਾ, ਬਾਕਾਇਦਾ 30-31 ਮੈਂਬਰ ਸਨ, ਕਾਂਗਰਸ ਦੇ ਵੀ ਸਨ, ਬੀਜੇਪੀ ਸਾਰੇ ਲੋਕ, ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਲੋਕ ਵੀ ਸਨ। ਉਹਨਾਂ ਦੇ ਸਾਹਮਣੇ ਉਹਨਾਂ ਕਿਹਾ ਕਿ ਅਸੀਂ ਤੁਹਾਨੂੰ, ਤੁਸੀਂ ਇਹ ਪੈਸਾ ਲਓ, ਅਸੀਂ ਤੁਹਾਡੇ ਵਿਚਾਰ ਕਰੇ, ਤੁਹਾਨੂੰ ਅਸੀਂ ਹੋਰ ਪੈਸਾ ਵੀ ਦਿਆਂਗੇ। ਠੀਕ ਹੈ, ਤੁਸੀਂ ਅਸੀਂ ਸੁਣਦੇ ਪਤਾ ਸੀ ਕਿ ਲੋਕਾਂ ਨੇ ਲੈਣਾ ਹੀ ਲੈਣਾ, ਅਸੀਂ ਵੈਸੇ ਲਾਚਾਰ ਨਹੀਂ ਕਰਕੇ ਅਸੀਂ ਉਹਨੂੰ ਥੋੜ੍ਹਾ ਦਬਾਅ ਪਾਇਆ। ਉਸ ਤੋਂ ਬਾਅਦ ਫਿਰ ਮੈਨੂੰ ਦਿੱਲੀ 1 to 1 ਰਾਜਨਾਥ ਸਿੰਘ ਨਾਲ ਮੁਲਾਕਾਤ ਦਾ ਮੌਕਾ ਮਿਲਿਆ, ਅਤੇ ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ 1 ਟਾਈਮ ਸੈਟਲਮੈਂਟ ਜੇ ਤੁਸੀਂ ਲਿਖ ਦਿੱਤਾ, ਅਸੀਂ ਹਾਲੇ ਮਨਾ ਕੀਤੀ, 1 ਟਾਈਮ ਸੈਟਲਮੈਂਟ ਤੁਸੀਂ ਲਿਖਿਆ, ਇਸ ਨਾਲ ਲੋਕਾਂ ਨੂੰ ਬੜਾ ਭਰਮ ਪੈ ਗਿਆ, ਮਤਲਬ ਇੱਕ ਮਤਲਬ ਭੁਲੇਖਾ ਪੈ ਰਿਹਾ ਲੋਕਾਂ 'ਚ। तो ਤੁਸੀਂ अपनी वो कहना, देखो सर साहब बात ये है, ये जो ब्यूरोक्रेट लोग होते हैं, आप हमारी ज़बान पे यकीन रखो, इसकी कोई बात नहीं है। तो ਤੁਸੀਂ ਯਕੀਨ ਕਰਦੇ ਹੋ? ਅਸੀਂ ਨਹੀਂ ਕਰਨਾ ਪੈਂਦਾ ਨਾ। ਦੇਖੋ ਇਹ ਰਾਜਨਾਥ ਜੀ ਦੇ ਨਾਲ ਤੁਹਾਡੀ ਮਿਲਾਟੀ ਕਦੋਂ ਹੋਈ? ਮੇਰੀ ਇਹ 2017 ਚ ਹੋਈ। 17 ਤੋਂ ਲੈ ਕੇ ਤੇ ਹੁਣ 22 ਆ ਚੁੱਕਿਆ ਭਾਈ, ਉਹਨਾਂ ਨੇ ਕਰੀਬ 5 ਸਾਲ ਹੋ ਗਏ। ਉਹਨੇ ਕਹੀ ਨਾ ਜਿਹੜਾ ਅਮਾਊਂਟ ਤੁਹਾਨੂੰ ਦਿੱਤਾ ਹੈ, ਇਹਦੀ ਡਿਸਬਰਸਮੈਂਟ ਹੋ ਲੈਂਦੇ ਤੁਹਾਨੂੰ, ਅਸੀਂ ਫਿਰ ਤੁਹਾਨੂੰ ਬੁਲਾ ਕੇ ਦੇ ਲਈਏ ਤੁਹਾਨੂੰ। ਪਰ ਉਹ ਡਿਸਬਰਸਮੈਂਟ ਤਾਂ ਹੋ ਚੁੱਕੀ ਹੈ, ਨੈਕਸਟ ਫੈਸਲਾ ਹਲੇ ਡਿਸਬਰਸ ਨਹੀਂ ਹੋਈ, ਡਿਸਬਰਸਮੈਂਟ ਇਸ ਤਰ੍ਹਾਂ ਨਹੀਂ ਹੋਈ, ਜਾਂ ਕਿਧਰੇ ਬਿਊਰੋਕਰੈਟਸ ਦੇ ਥਰੂ ਇਸ ਡਿਸਬਰਸਮੈਂਟ ਨੂੰ ਰੁਕਵਾਇਆ ਗਿਆ? ਰੁਕਵਾਇਆ ਗਿਆ, ਬਿਲਕੁਲ 100% ਰੁਕਵਾਇਆ ਗਿਆ। ਅੱਜ ਵੀ ਦੇਖੋ, ਇੱਕ ਤਰਫ ਹੋਮ ਮਿਨਿਸਟਰ ਆਫ ਇੰਡੀਆ ਕਹਿੰਦਾ ਹੈ ਕਿ ਇਹ ਜਿਹੜਾ ਪੈਕੇਜ ਹੈ, ਇਹਦਾ ਬੈਨੀਫਿਟ ਹਰ ਫੈਮਿਲੀ ਨੂੰ ਪਹੁੰਚਣਾ ਚਾਹੀਦਾ, ਬਿਲਕੁਲ ਨੰਬਰ 1। ਦੂਜੇ ਪਾਸੇ ਬਿਊਰੋਕਰੈਟ ਜਿਹੜੇ ਨੇ ਇਹ ਸਕੀਮ ਨੂੰ ਕਲੋਜ਼ ਕਰਦੇ ਨੇ। ਘੱਟ ਤੋਂ ਇਸ ਲਈ 8000 ਫੈਮਿਲੀ ਹੈ ਜਿਹੜੀ ਵਾਂਝੇ ਰਹਿ ਗਈ, ਇਸ ਬੈਨੀਫਿਟ ਤੋਂ ਵਾਂਝੇ ਰਹਿ ਗਈ। ਉਹਦੇ 3000 ਫੈਮਿਲੀ ਜਿਹੜੀ ਹੈ ਉਹ 65-71 ਦੀ ਹੈ, ਔਰ 5000 ਫੈਮਿਲੀ ਜਿਹੜੀ ਹੈ 47 ਉਹ ਰਹਿ ਗਈ। ਤਾਂ ਅਸੀਂ ਲਗਾਤਾਰ ਸਟੇਟ ਗੌਰਮੈਂਟ ਨੂੰ ਵੀ ਚਿੱਠੀ ਲਿਖੀਆਂ ਕਿ ਇਹ ਲੋਕ ਰਹਿ ਗਏ, ਲਿਆ ਤੁਸੀਂ। ਉਹ ਬਿਊਰੋਕ੍ਰੇਸੀ ਲੈਵਲ 'ਤੇ ਮੈਂ ਟੈਲ ਯੂ ਨਾ ਬਹੁਤ ਸਾਰੇ ਗੱਲਾਂ ਹੁੰਦੀਆਂ ਨੇ ਜਿਹੜੀਆਂ ਉੱਪਰ ਤੱਕ ਜਾਂਦੀਆਂ ਨਹੀਂ। ਅਸੀਂ ਲੋਕ ਟੇਬਲ ਟੂ ਟੇਬਲ ਘੁੰਮਦੇ ਰਹਿੰਦੇ ਹਾਂ, ਫਿਰਦੇ ਰਹਿੰਦੇ ਹਾਂ, ਕਾਗਜ਼ ਦਾ ਪਿੱਛਾ ਕਰਦੇ ਰਹਿੰਦੇ ਹਾਂ। ਤਾਂ ਸਾਡਾ ਵੀ ਬੇਸਿਕਲੀ ਇਹੀ ਮਕਸਦ ਹੈ ਕਿ ਸਾਡੀ ਜੋ ਦਰਸ਼ਕ ਨੇ, ਆਪਸੀ ਸਾਂਝ TV ਦੇ ਦਰਸ਼ਕ ਨੇ, ਉਹ ਸਾਰਾ ਇਹ ਮਸਲੇ ਨੂੰ ਸਮਝ ਸਕਣ, ਉਹਨਾਂ ਤੱਕ ਸੱਚ ਸਾਹਮਣੇ ਪਹੁੰਚਾਉਣ ਦੀ ਕਰਕੇ ਅੱਜ ਅਸੀਂ ਤੁਹਾਡੇ ਸਾਹਮਣੇ। ਮੈਂ ਇੱਕ ਗੱਲ ਸਾਫ਼ ਕਹਾਂਗਾ ਕਿ ਕੋਈ ਵੀ ਸਰਕਾਰ, ਚਾਹੇ ਉਹ ਪਹਿਲੇ ਕਾਂਗਰਸ ਸਰਕਾਰ ਸੀ, ਚਾਹੇ ਭਾਰਤੀ ਜਨਤਾ ਪਾਰਟੀ, ਜਿਹੜੇ ਉਹਨਾਂ ਦੇ ਹਾਈ ਪ੍ਰੋਫਾਈਲ ਲੋਕ ਨੇ, ਪ੍ਰਾਈਮ ਮਿਨਿਸਟਰ ਹੋਇਆ, ਹੋਮ ਮਿਨਿਸਟਰ ਹੋਇਆ, ਉੱਥੇ ਤੱਕ ਗੱਲ ਸਾਡੀ ਪ੍ਰੋਪਰ ਪਹੁੰਚਦੀ ਨਹੀਂ ਹੈ। ਅਗਰ ਪਹੁੰਚਦੀ ਹੈ ਤਾਂ ਉਹਨਾਂ ਨੂੰ ਤਾਂ ਗਲਤ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ, और जिससे वजह साड़ा मसला जो है वो लट गया अजे तक। और इस उसका मसला कहने का यह है कि असी गलत लोगों तक जाके अप्रोच करते हैं। तो एक मसला जड़ा समा कम होने के कारण असी थोड़ा ज़्यादा समा नहीं लै सकते, क्योंकि एक मसला फिर भी रह गया है कि डोमिसाइल वर्सिस स्टेट सब्जैक्ट के बारे थोड़ा इन शॉर्ट की। देखो जी, जब डोमिसाइल बनया सो फार एज साढ़े 47 के लोग कंसर्न है, असी उन्होंने कहा कि जो साढ़े लोग स्टेट सब्जैक्ट ने, इन्होंने डोमिसाइल की कोई लोड़ नहीं, स्टेट सब्जैक्ट इज बैटर दैन डोमिसाइल। पर तुसी कह रहे हो कि स्टेट सब्जैक्ट वालियां नूं डोमिसाइल दी लोड़ नहीं। अज रिफ्यूजियां दे बच्चियां नूं डिग्री कॉलेजेस दे विच स्टेट सब्जैक्ट बिल्कुल स्टेट सब्जैक्ट नहीं मन्निया जा रहा। तुसी किस तरह कह रहे हो कि गवर्नमेंट तुहाडी गल मन्नेगी?
ਨਹੀਂ ਮੈਂ ਇਹ ਗੱਲ ਨਹੀਂ ਕਰਨਾ, ਅਸੀਂ ਯਤਨ ਕੀਤਾ ਹੈ, ਅਸੀਂ ਬਾਕਾਇਦਾ ਆਰਗੂਮੈਂਟ ਕੀਤਾ ਗਵਰਨਮੈਂਟ ਨੂੰ ਕਿ ਸਟੇਟ ਸਬਜੈਕਟ ਜਿਤਨੇ ਵੀ ਲੋਕਾਂ ਕੋਲ ਹੈ ਅਦਰ ਦੈਨ ਰਿਫਿਊਜੀ ਆਲਸੋ, ਉਹਨਾਂ ਕੋਲ ਤੁਸੀਂ ਐਜ਼ ਇਟ ਇਜ਼ ਰਹਿਣ ਦਿਓ, ਜਿੱਥੇ ਆਪਣਾ ਉਹ ਦੇਣ ਤੇ ਤੁਸੀਂ ਉਹ ਕਰੋ ਤੇ ਡੋਮੀਸਾਈਲ ਰੱਖੋ। ਬਾਹਰ ਦੇ ਲੋਕਾਂ ਵਾਸਤੇ ਜਿਹੜਾ ਤੁਸੀਂ ਕੰਡੀਸ਼ਨ ਹੈ ਕਿ 10 ਸਾਲ ਇੱਥੇ ਰਹੇਗਾ ਉਹਨੂੰ ਡੋਮੀਸਾਈਲ ਮਿਲੇਗਾ। ਅੱਜ ਤੇ ਇਹ ਪੋਜੀਸ਼ਨ ਬਣ ਗਈ ਕਿ ਤੁਸੀਂ ਇੱਕ ਹਫ਼ਤਾ ਡੋਮੀਸਾਈਲ ਬਣ ਰਿਹਾ, ਵੋਟ ਬਣ ਰਹੀ ਹੈ, ਸਭ ਕੁਝ ਬਣ ਰਿਹਾ। ਅੱਜ ਇਹ ਪੋਜੀਸ਼ਨ ਆ ਗਈ ਹੈ। ਗਵਰਨਮੈਂਟ ਜਿਹੜੀ ਹੈ ਜੀ ਓਵਰਆਲ ਮਨਮਾਨੀਆਂ ਤੇ ਆਪਣੀਆਂ ਕਰਦੀਆਂ ਨੇ। ਇਹ ਹਿੰਦੁਸਤਾਨ ਹੈ, ਜਮਹੂਰੀਅਤ ਹੈ, ਔਰ ਆਪਣੀ ਜਮਹੂਰੀਅਤ ਨੂੰ ਕਾਇਮ ਰੱਖਣ ਦੇ ਵਾਸਤੇ ਸਹੀ ਜਮਹੂਰੀਅਤ ਅਗਰ ਹੋਵੇ ਤੇ ਆਪਣੀ ਕੁਰਸੀਆਂ ਨੂੰ ਕਾਇਮ ਰੱਖਣ ਦੀ ਹਰ ਪਾਰਟੀ ਕਰਦੀ ਹੈ, ਕਈ ਗੱਲਾਂ ਗਲਤ ਕਰਦੀ ਹੈ। ਅਸੀਂ ਉਸ ਮਸਲੇ 'ਤੇ ਨਹੀਂ ਪੈਂਦੇ, ਲੇਕਿਨ ਬਹੁਤ ਸਾਰੀਆਂ ਗੱਲਾਂ ਨਹੀਂ ਕਰਦੀਆਂ। ਉਹਦਾ ਰਿਜ਼ਲਟ ਇਹ ਨਿਕਲਦਾ ਹੈ ਕਿ ਆਮ ਆਦਮੀ ਜਿਹੜਾ ਉਹਨਾਂ ਗੱਲਾਂ ਦਾ ਸ਼ਿਕਾਰ ਹੋ ਜਾਂਦਾ। ਤੋਂ ਅਖੀਰ ਦੇ ਵਿੱਚ ਜੋ ਸਾਡੇ ਖਾਸ ਕਰਕੇ ਰਿਫਿਊਜੀ ਦਰਸ਼ਕ ਹਨ 1947 ਦੇ, ਉਹਨਾਂ ਦੇ ਲਈ ਕੋਈ ਸੰਦੇਸ਼? ਉਹਨਾਂ ਲਈ ਮੈਂ ਸੰਦੇਸ਼ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਹਿਲੀ ਗੱਲ ਤਾਂ ਉਹ ਆਪਣੇ ਮਸਲੇ ਨੂੰ ਜਾਣਨ ਦੀ ਕੋਸ਼ਿਸ਼ ਕਰਨ। ਦੂਆ, ਜਿਸ ਵੇਲੇ ਵੀ ਅਸੀਂ ਕੋਈ ਕਾਲ ਦਿੰਦੇ ਹਾਂ ਅਤੇ ਉਸ ਕਾਲ ਦੇ ਵਿੱਚ ਉਹ ਪੂਰਾ ਉਤਰਨ ਦੀ ਕੋਸ਼ਿਸ਼ ਕਰਨ। ਜਦ ਤੱਕ ਲੋਕਾਂ ਦਾ ਸਹਿਯੋਗ ਨਹੀਂ ਹੋਏਗਾ, ਕਿਸੇ ਵੀ ਕਮੇਟੀ, ਕਿਸੇ ਵੀ ਪਾਰਟੀ, ਕਿਸੇ ਵੀ ਕੋਈ ਵੀ ਜਗ੍ਹਾ ਇਸ ਮਸਲੇ ਨੂੰ ਜਿਹੜਾ ਲੈ ਕੇ ਅੱਗੇ ਜਾ ਰਿਹਾ ਹੈ, ਉਹਦੀ ਕੋਈ ਤਾਕਤ ਨਹੀਂ ਹੈ। ਤਾਕਤ ਜਿਹੜੀ ਹੈ ਲੋਕਾਂ ਦੇ ਵਿੱਚ ਹੈ। ਉਹ ਲੋਕ ਸਾਡੇ ਜਿਹੜੇ ਨੇ ਬੜੇ ਅਵੇਸਲੇ ਨੇ। ਅਸੀਂ ਪੰਡਤਾਂ ਦੀ ਮਿਸਾਲ ਦਿੰਦੇ ਹਾਂ, ਲੇਕਿਨ ਪੰਡਤ ਕਸ਼ਮੀਰ ਦਾ ਪੰਡਤ ਜਿਹੜਾ ਹੈ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਉਹ ਡਰ ਕੇ ਨਸੇ ਨੇ। ਸਾਡੇ ਲੋਕ ਤਾਂ ਲੜ ਮਰ ਕੇ ਆਏ, ਨੁਕਸਾਨ ਕਰਾ ਕੇ ਆਏ। ਉਹਦੇ ਬਾਵਜੂਦ ਵੀ ਅਸੀਂ ਬੜੇ ਅਵੇਸਲੇ ਹਾਂ। ਉਹ ਸਾਨੂੰ ਆਪਣੇ ਮਸਲੇ ਬਾਰੇ ਕੋਈ ਸਮਝ ਨਹੀਂ ਹੈ। ਉਹ ਲੋਕਾਂ ਨੂੰ ਆਪਣੇ ਮਸਲੇ ਨੂੰ ਸਮਝਣ ਦਾ ਪੂਰਾ ਯਤਨ ਕਰਨਾ ਚਾਹੀਦਾ ਹੈ, ਔਰ ਉਹ ਸਾਨੂੰ ਪੂਰਾ ਤਾਉਣ ਦੇਣ ਤਾਂ ਕਿ ਅਸੀਂ ਆਪਣੇ ਮਸਲੇ ਨੂੰ ਅੱਗੇ ਚਲੇ ਜਾ ਕੇ ਇਸ ਦਾ ਪਰਮਾਨੈਂਟ ਜਿਹੜਾ ਹੱਲ ਕਰਾ ਕੇ ਲੋਕਾਂ ਨੂੰ ਸੈਟਲਮੈਂਟ ਕਰਕੇ ਇਹ ਜਿਹੜਾ ਰਿਫਿਊਜੀ ਟੈਗ ਲਗਾ ਹੋਇਆ ਇਸ ਨੂੰ ਉਤਾਰ ਦਈਏ। ਤੋ ਇਹ ਸਨ ਸਰਦਾਰ ਗੁਰਦੇਵ ਸਿੰਘ ਜੀ, ਜੰਮੂ ਕਸ਼ਮੀਰ ਸ਼ਰਨਾਰਥੀ ਐਕਸ਼ਨ ਕਮੇਟੀ ਦੇ ਪ੍ਰਧਾਨ ਜੀ। ਤੋ ਸਾਡੀ ਕੋਸ਼ਿਸ਼ ਸੀ ਕਿ ਜੋ ਵੀ 1947 ਦੇ ਵਿੱਚ ਉੱਜੜ ਕੇ ਇੱਥੇ ਆ ਕੇ ਕੈਂਪਾਂ ਦੇ ਵਿੱਚ, ਕੋਈ ਨਗਰੋਟੇ ਦੇ ਵਿੱਚ, ਕੋਈ ਕਿਧਰੇ ਰਹਿਣ ਤੋਂ ਬਾਅਦ ਹੁਣ ਅਸੀਂ ਆਪਣੇ ਜਿਹੜੇ ਘਰ ਬਣਾ ਕੇ ਆਪਣੀ ਜਗ੍ਹਾ 'ਤੇ ਰਹਿ ਰਹੇ ਹਾਂ। ਸਾਰੇ ਰਿਫਿਊਜੀ ਜਿਹੜੇ ਸਾਡੇ ਭਾਈਚਾਰਾ ਹੈ, ਅਸੀਂ ਉਹਨਾਂ ਨੂੰ ਇਹਨਾਂ ਦੇ ਰੂਬਰੂ ਕਰਵਾਇਆ ਹੈ ਤੇ ਉਮੀਦ ਕਰਦੇ ਹਾਂ ਕਿ ਜਦੋਂ ਵੀ ਅਸੀਂ ਇਹਨਾਂ ਤੋਂ ਅੱਗੇ ਸਮਾਂ ਮੰਗਾਂਗੇ ਰਿਫਿਊਜੀਆਂ ਦੇ ਮਸਲੇ 'ਤੇ ਗੱਲ ਕਰਨ ਦਾ, ਤੇ ਇਹ ਜ਼ਰੂਰ ਸਾਨੂੰ ਦੇਣਗੇ। ਤੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਤਚੀਤ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।